ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਇਸ ਪ੍ਰੋਜੈਕਟ ਦੇ ਬਾਰੇ ਦੱਸਣਾ ਚਾਹੁੰਦੀ ਹਾਂ। ਜਿਹੜਾ ਪ੍ਰੋਜੈਕਟ ਅਸੀਂ ਕਰ ਰਹੇ ਹਾਂ, ਇਹ ਵੁਲਵਰਹੈਂਪਟਨ ਕਾਉਂਸਲ ਜਿਹੜੀ ਹੈ ਉਹ ਲੋਟਰੀ ਫੰਡ ਦੇ ਵਿੱਚੋਂ ਪੈਸੇ ਦੇ ਕੇ ਤੇ ਉਸ ਨੂੰ ਫਾਈਨੈਂਸ ਕਰ ਰਹੀ ਹੈ। ਕਿਉਂਕਿ ਜੋ ਵੀ ਇਮੀਗ੍ਰੈਂਟਸ ਜਾਂ ਅਫਰੀਕਾ ਤੋਂ ਲੋਕ ਆਏ ਹੈਗੇ ਆ, ਉਹਨਾਂ ਦੇ ਜੋ ਵੀ ਹਾਲਾਤ ਰਹੇ ਪਿੱਛੇ, ਜੋ ਵੀ ਹਾਲਾਤਾਂ ਵਿੱਚ ਉਹ ਇੱਥੇ ਆ ਕੇ ਗੁਜ਼ਰੇ ਹੈ, ਉਹਨਾਂ ਦਾ ਜੋ ਵੀ ਐਕਸਪੀਰੀਅੰਸ ਇੱਥੇ ਹੋਇਆ ਹੈ, ਤੇ ਉਹਦੇ ਵਾਸਤੇ ਗੌਰਮੈਂਟ ਚਾਹੁੰਦੀ ਹੈ ਕਿ ਮਤਲਬ ਅਸੀਂ ਲੋਕ ਆਪਣਾ ਐਕਸਪੀਰੀਅੰਸ ਜਿਹੜਾ ਹੈ ਉਹ ਦਸੀਏ ਤੇ ਉਹਦੇ ਨਾਲ ਸਾਡੇ ਬੱਚਿਆਂ ਨੂੰ ਮਤਲਬ ਅੱਗੇ ਜਾ ਕੇ ਉਹਦਾ ਕੁਝ ਫਾਇਦਾ ਹੋ ਸਕੇ। ਕਿਉਂਕਿ ਇਹ ਬਿਲਕੁਲ ਜਿਸ ਤਰ੍ਹਾਂ ਹਿਸਟਰੀ ਹੁੰਦੀ ਹੈ, ਇਤਿਹਾਸ ਹੈ, ਉਹ ਬੱਚਿਆਂ ਨੂੰ ਆਪਣਾ ਜਿਹੜਾ ਐਕਸਪੀਰੀਅੰਸ ਹੈ ਉਹ ਦੱਸਣ ਦਾ ਬਹਾਨਾ ਹੈ ਕਿ ਬੱਚੇ ਕਿਸ ਤਰ੍ਹਾਂ ਮਤਲਬ ਇਹਦੇ ਉੱਪਰੋਂ ਲਰਨ ਕਰ ਸਕਦੇ ਆ ਕਿ ਸਾਨੂੰ ਲੋਕਾਂ ਨੂੰ ਕਿੰਨੀਆਂ ਕਿੰਨੀਆਂ ਮੁਸ਼ਕਲਾਂ ਆਈਆਂ। ਤੇ ਉਹਦੇ ਵਾਸਤੇ ਤੁਹਾਨੂੰ ਕੁਝ ਸਵਾਲ ਮੈਂ ਪੁੱਛ ਰਹੀ ਹਾਂ ਤੇ ਤੁਸੀਂ ਉਹਨਾਂ ਦਾ ਜਵਾਬ ਦੇਣਾ। ਸਭ ਤੋਂ ਪਹਿਲਾਂ ਤੇ ਇਹ ਗੱਲ ਹੈ ਕਿ ਤੁਸੀਂ ਆਪਣਾ ਇਹ ਦੱਸੋ ਕਿ ਤੁਹਾਡਾ ਨਾਮ ਕੀ ਹੈ, ਤੁਹਾਡਾ ਜਨਮ ਸਥਾਨ ਕਿੱਥੇ ਹੈ ਤੇ ਮਤਲਬ ਕਦੋਂ ਤੁਹਾਡਾ ਜਨਮ ਹੋਇਆ। ਸੋਹਣ ਸਿੰਘ ਕਮਲ ਮੇਰਾ ਨਾਮ। ਮੈਂ ਡਿਸਟ੍ਰਿਕਟ ਜਲੰਧਰ ਦੇ ਵਿੱਚ ਪਿੰਡ ਫੁੱਲਪੋਤਾ 19 ਦੇ ਵਿੱਚ 1926 ਤੇ ਮਤਲਬ ਤੁਹਾਡੀ ਫੈਮਿਲੀ ਦੇ ਵਿੱਚ ਉਸ ਵਕਤ ਮੈਂਬਰਸ ਕਿੰਨੇ ਸਨ? ਫੈਮਿਲੀ ਦੇ ਵਿੱਚ ਅਸੀਂ 4 ਭੈਣ ਭਰਾ ਸੀ। ਮੇਰੇ ਫਾਦਰ ਦਾ ਨਾਮ ਕਰਮ ਸਿੰਘ ਹੈ ਤੇ ਇੱਕ ਮੇਰੇ ਤੋਂ ਵੱਡਾ ਭਰਾ ਮੇਰਾ ਤੇ ਦੂਸਰਾ ਮੈਂ ਸੀ ਤੇ ਦੋ ਭੈਣਾਂ। ਤੁਹਾਡੀ ਫੈਮਿਲੀ ਵੱਲ ਕਿਸ ਤਰ੍ਹਾਂ, ਤੁਸੀਂ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਸੀ, ਇਕੱਠਾ ਸਾਂਝਾ ਪਰਿਵਾਰ? ਜੁਆਇੰਟ ਫੈਮਿਲੀ 'ਚ। ਤੇ ਤੁਹਾਡੇ ਬਚਪਨ ਦੇ ਵਿੱਚ ਮਤਲਬ ਤੁਹਾਨੂੰ ਕੁਛ ਇਸ ਤਰ੍ਹਾਂ ਦੀਆਂ ਯਾਦਾਂ ਜੋ ਹੈ ਤੁਸੀਂ ਉਹ ਦੱਸੋਗੇ ਕਿ ਤੁਹਾਡੇ ਪੇਰੈਂਟਸ ਦੇ ਨਾਲ ਬੀਤੀਆਂ ਜਾਂ ਮਤਲਬ ਤੁਹਾਡੇ ਭੈਣ ਭਰਾਵਾਂ ਦੇ ਨਾਲ ਕੋਈ ਖਾਸ ਸਾਂਝੀਆਂ ਜਿਹੜੀਆਂ ਯਾਦਾਂ ਆ, ਤੁਸੀਂ ਉਹ ਤਾਜ਼ਾ ਕਰਕੇ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਫੀਲ ਕਰਦੇ ਸੀ? ਦੇਖੋ, ਅਸੀਂ ਬੜਾ ਭਰਾ ਸੀ ਮੇਰੇ ਤੋਂ, ਅਸੀਂ ਇਕੱਠੇ ਪਹਿਲਾਂ ਸਕੂਲ ਦੇ ਵਿੱਚ ਜਾਂਦੇ ਰਹੇ ਹਾਂ ਤੇ ਭੈਣਾਂ ਜਿਹੜੀਆਂ ਸੀ ਉਸ ਵੇਲੇ ਸਕੂਲ ਨਾ ਤਾਂ ਕੋਈ ਪਿੰਡ ਦੇ ਵਿੱਚ ਸੀਗਾ ਤੇ ਨਾ ਨੇੜੇ ਸੀਗਾ। ਸਾਡਾ ਵੀ ਸਕੂਲ ਜਿਹੜਾ ਸੀ ਪਿੰਡ ਤੋਂ ਕੋਈ 2 ਮੀਲ ਦੇ ਫਾਸਲੇ 'ਤੇ ਸੀਗਾ ਤੇ ਉੱਥੇ ਅਸੀਂ ਪੜ੍ਹਦੇ ਰਹੇ ਹਾਂ। ਤੇ ਮੈਂ 8ਵੀਂ ਤੱਕ ਪੜ੍ਹਿਆ ਹੈਗਾ ਇਹਦੇ ਵਿੱਚ ਉਰਦੂ ਵਿੱਚ ਹੀ ਤੇ ਉਹ ਤੋਂ ਬਾਅਦ ਮੈਂ 11ਵੀਂ ਕੀਤੀ ਹੈਗੀ ਆ ਡਾਕ ਰਾਹੀਂ ਉਰਦੂ ਅੱਖਰਾਂ ਦੇ ਵਿੱਚ ਤੇ ਪੰਜਾਬੀ ਅੱਖਰਾਂ ਦੇ ਵਿੱਚ ਵੀ ਪੜ੍ਹਦਾ ਰਿਹਾ ਹੈਗਾ। ਤੇ ਹੋਰ ਤੁਹਾਨੂੰ ਮਤਲਬ ਕੋਈ ਜਦੋਂ ਤੁਸੀਂ ਉੱਥੇ ਪੜ੍ਹਦੇ ਹੁੰਦੇ ਸੀ ਤੇ ਸਿਸਟਮ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਸੀਗਾ ਕਿ ਜੋ ਵੀ ਫੈਸਿਲਿਟੀਜ਼ ਹੈਗੀਆਂ ਮਤਲਬ ਪੜ੍ਹਾਈ ਦੇ ਵਾਸਤੇ ਉਹ ਕਿਸ ਤਰ੍ਹਾਂ ਸੀ? ਤੁਸੀਂ ਪੈਦਲ ਜਾਂਦੇ ਸੀ ਉੱਥੇ ਜਾਂ ਸਾਈਕਲ ਦੇ ਉੱਪਰ ਜਾਂ ਕਿਸ ਤਰੀਕੇ ਨਾਲ? ਸਾਈਕਲ ਨਹੀਂ ਸੀ ਉਸ ਵੇਲੇ ਸਾਡੇ ਕੋਲ ਕੋਈ ਵੀ, ਪੈਦਲ ਜਾਂਦੇ ਸੀ ਤੇ ਪੈਦਲ ਜਾਣੇ ਵਿੱਚ ਕੁਛ ਔਕੜਾਂ ਤਾਂ ਹੁੰਦੀਆਂ ਹੀ ਆ। ਬੱਚੇ ਸੀਗੇ ਇਕੱਠੇ, ਕੋਈ ਪਿੰਡ ਦੇ ਵਿੱਚੋਂ 5-6 ਬੱਚੇ ਸੀਗੇ, ਅਸੀਂ ਇਕੱਠੇ ਸਾਰੇ ਚਲੇ ਜਾਂਦੇ ਸੀਗੇ। ਤੇ ਔਰਤਾਂ ਦੀ ਐਜੂਕੇਸ਼ਨ ਘੱਟ ਸੀ ਤੇ ਪੰਜਾਬੀ ਪ੍ਰਾਈਵੇਟ ਮੇਰੀਆਂ ਭੈਣਾਂ ਪੜ੍ਹੀਆਂ ਹੈਗੀਆਂ ਤੇ ਉਹ ਪਿੰਡ ਦੇ ਵਿੱਚ ਜਿਸ ਤਰ੍ਹਾਂ ਗੁਰਦੁਆਰਿਆਂ 'ਚ ਭਾਈ ਹੁੰਦੇ ਆ ਤੇ ਇਹ ਤਰੀਕਾ ਸੀ ਉਸ ਵੇਲੇ ਪੜ੍ਹਾਈ ਦਾ। ਤੇ ਹੋਰ ਆਪਣਾ ਕੋਈ ਧਰਮ ਦੇ ਬਾਰੇ ਵਿੱਚ ਤੁਸੀਂ ਦੱਸੋ ਕਿ ਤੁਹਾਡੀ ਧਾਰਮਿਕ ਲਾਈਫ ਜਿਹੜੀ ਸੀਗੀ ਉੱਥੇ ਇੰਡੀਆ ਦੇ ਵਿੱਚ ਉਹ ਕਿਸ ਤਰ੍ਹਾਂ ਸੀ? ਪਹਿਲੋਂ ਜਿਸ ਵੇਲੇ ਮੈਂ ਆਪਣੀ ਸੁਰ ਸੰਭਾਲੀ ਹੈ ਤੇ ਉਸ ਵੇਲੇ ਮੈਂ ਕੋਈ 17-18 ਸਾਲ ਦੀ ਉਮਰ ਦੇ ਵਿੱਚ ਇੱਧਰ ਨੂੰ ਸਿੱਖ ਧਰਮ ਵੱਲ ਨੂੰ ਹੋਇਆ ਤੇ ਉਸ ਵੇਲੇ ਗੁਰਦੁਆਰੇ ਦੇ ਵਿੱਚ ਮੈਨੂੰ ਪਿੰਡ ਦੇ ਲੋਕਾਂ ਨੇ ਕੁਛ ਐਕਟਿਵ ਸੀਗਾ ਮੈਂ ਤੇ ਉਹਨਾਂ ਨੇ ਸੈਕਟਰੀ ਚੁਣ ਲਿਆ ਸੀ ਤੇ ਕੋਈ ਉੱਥੇ ਮੈਂ 3-4 ਸਾਲ ਇਸ ਤਰ੍ਹਾਂ ਕੰਮ ਕਰਦੇ ਰਹੇ ਹਾਂ। ਤੇ ਤੁਹਾਡਾ ਮਤਲਬ ਉੱਥੇ ਦੀ ਜਦੋਂ ਜਿਸ ਵਕਤ ਤੁਸੀਂ ਇੰਡੀਆ ਤੋਂ ਆਏ ਹੋ ਤੇ ਉਸ ਵਕਤ ਮਤਲਬ ਜਿਹੜਾ ਗੌਰਮੈਂਟ ਦੇ ਰਾਜਨੀਤੀ ਦੇ ਵਿੱਚ ਉਸ ਤਰ੍ਹਾਂ ਕਿਸ ਤਰ੍ਹਾਂ ਦੇ ਹਾਲਾਤ ਸਨ ਉਸ ਵੇਲੇ? ਆਉਣੇ ਤੋਂ ਪਹਿਲੋਂ ਜਿਹੜਾ ਸੀਗਾ, ਮੈਂ ਰਾਮਗੜੀਆ ਫੈਮਿਲੀ ਨੂੰ ਬਿਲੋਂਗ ਕਰਦਾ। ਰਾਮਗੜੀਆ ਤੁਸੀਂ ਸਮਝਦੇ ਹੋਣੇ ਹੈਗੇ ਆ। ਤੇ ਸਾਡੇ ਆਪਣੇ
ਜਾਣੀ ਮੈਂ ਜਿਸ ਵੇਲੇ ਕੋਈ 51 50 51 ਦੇ ਵਿੱਚ ਮੇਰੇ ਕੋਲ ਲੋਹੇ ਦਾ ਕੋਟਾ ਸੀ ਉਸ ਵੇਲੇ, ਅਤੇ ਹਲਟ ਹੁੰਦੇ ਸੀ, ਹਲਟ ਉਸ ਵੇਲੇ ਹਾਂਜੀ ਹਲਟਾਂ ਦਾ ਕੋਟਾ ਸੀ, ਅਤੇ ਉਹ ਕੰਮ ਕਰਦਾ ਰਿਹਾ। ਅਤੇ ਉਹ ਤੋਂ ਬਾਅਦ ਫਿਰ ਇਹ ਜਿਹੜਾ ਸੀਗਾ ਹਲਟਾਂ ਦਾ ਕੰਮ ਉਹ ਹੌਲੀ ਹੌਲੀ ਬੰਦ ਹੋਣ ਲੱਗ ਪਿਆ, ਹਾਂਜੀ ਅਤੇ ਕੰਮ ਬੜੇ ਮੰਦੇ ਹੋ ਗਏ। ਅਤੇ ਫਿਰ ਬੇਕਾਰੀ ਜਿਹੀ ਘਰ ਦੇ ਵਿੱਚ ਵੀ ਕੁਛ ਇਹੋ ਜਿਹਾ ਹਾਲਤ ਹੋ ਕਿ ਬੇਕਾਰ ਹੋ ਗਏ। ਅਤੇ ਥੋੜ੍ਹਾ ਬਹੁਤ ਕੰਮ ਕਰਦੇ ਸੀ ਉਸ ਵੇਲੇ ਵੀ ਸਾਈਕਲਾਂ ਦੇ ਸਪੇਅਰ ਪਾਰਟਸ ਆ, ਜੀ ਅਤੇ ਉਹ ਵੀ ਇੰਨਾ ਜਾਣੀ ਅੱਛਾ ਨਹੀਂ ਸੀ ਹੈਗਾ, ਕਿਉਂਕਿ ਮਾਰਕੀਟ ਜਿਹੜੀ ਸੀ ਲੁਧਿਆਣੇ ਸੀ, ਸਮਾਨ ਬਣਾ ਕੇ ਲੁਧਿਆਣੇ ਅਸੀਂ ਲਿਆਉਂਦੇ ਹੁੰਦੇ ਸੀ। ਹਾਂਜੀ ਅਤੇ ਬਾਅਦ ਦੇ ਵਿੱਚ ਕੁਛ ਮਨ ਬਣਿਆ ਵੀ ਚਲੋ ਇੱਧਰ ਜਾਂਦੇ ਹੈਗੇ ਆ। ਹਾਂਜੀ। ਤੇ ਤੁਸੀਂ ਮਤਲਬ ਆਪਣੇ ਗਿਆਨੀ ਤੁਸੀਂ ਦੱਸਿਆ ਕਿ ਕਰਸਪੋਂਡੈਂਸ ਦੇ ਥਰੂ ਮਤਲਬ ਕਿਸ ਤਰ੍ਹਾਂ ਕੀਤੀ ਹੈਗੀ ਆ, ਤੇ ਮਤਲਬ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਜੌਬ ਉੱਥੇ ਐਜੂਕੇਸ਼ਨ ਦੇ ਹਿਸਾਬ ਦੇ ਨਾਲ ਨਹੀਂ ਕੋਈ ਇੰਤਜ਼ਾਮ ਹੋਇਆ? ਗਿਆਨੀ ਉਸ ਵੇਲੇ ਮੈਂ ਇਸ ਲਾਈਨ ਦੇ ਵਿੱਚ ਮਤਲਬ ਟੀਚਿੰਗ ਲਾਈਨ ਦੇ ਵਿੱਚ ਜਾਣਾ ਨਹੀਂ ਚਾਹੁੰਦਾ ਹੈਗਾ, ਹਾਂਜੀ ਕਿਉਂਕਿ ਜਿਹੜੇ ਮੇਰੀ ਆਪਣੀ ਵੀ ਲਾਈਨ ਸੀ ਨਾ ਜੀ ਦੂਸਰੀ, ਜਿਹੜਾ ਕਿ ਮੈਂ ਕੰਮ ਦੂਸਰਾ ਜਾਣਦਾ ਸੀਗਾ ਫਿਟਰ ਵਗੈਰਾ ਦਾ, ਦੂਸਰਾ ਮਕੈਨਿਕ ਦਾ ਕੰਮ, ਅਤੇ ਇਹ ਲਾਈਨ ਮੇਰੇ ਲਈ ਹਾਲੇ ਉਹਦੇ ਨਾਲੋਂ ਬਿਹਤਰ ਸੀਗੀ, ਪੈਸੇ ਜ਼ਿਆਦਾ ਸੀ ਇਹਦੇ ਵਿੱਚ। ਅਤੇ ਇਸ ਕਰਕੇ ਨਹੀਂ ਇੱਧਰ ਨੂੰ ਆਉਣੇ ਦਾ ਜਿਹੜਾ ਪ੍ਰੋਗਰਾਮ ਸੀ ਉਹ ਇਸੇ ਕਰਕੇ ਸੀਗਾ ਵੀ ਚਲੋ ਇੱਕ ਤਾਂ ਦੂਸਰਾ ਮੁਲਕ ਦੇਖਣ ਦਾ ਸੀਗਾ, ਹਾਂਜੀ ਅਤੇ ਦੂਸਰੇ ਸੀਗਾ ਵੀ ਉੱਥੇ ਕੁਛ ਪੈਸੇ ਕਮਾ ਕੇ ਇੱਥੇ ਇੰਡੀਆ ਦੇ ਵਿੱਚ ਕੋਈ ਅੱਛਾ ਕੰਮ ਕਰਾਂਗੇ। ਤੇ ਤੁਹਾਨੂੰ ਮਤਲਬ ਫਿਰ ਤੁਹਾਨੂੰ ਇਹ ਰੀਜ਼ਨ ਮਿਲਿਆ ਕਿ ਤੁਸੀਂ ਮਤਲਬ ਇੰਗਲੈਂਡ ਦੇ ਵਿੱਚ ਆਉਣਾ ਚਾਹੁੰਦੇ ਸੀਗੇ? ਕੋਈ ਇੱਥੇ ਰਿਸ਼ਤੇਦਾਰ ਸੀ ਤੁਹਾਡਾ, ਜਾਂ ਮਤਲਬ ਤੁਸੀਂ ਵਰਕ ਪਰਮਿਟ ਦੇ ਥਰੂ ਆਏ, ਜਾਂ ਕਿਸ ਤਰੀਕੇ ਦੇ ਨਾਲ ਤੁਸੀਂ ਇੰਗਲੈਂਡ ਦੇ ਵਿੱਚ ਆਏ? ਇੱਥੇ ਉਸ ਵੇਲੇ ਕੋਈ ਖਾਸ ਰਿਸ਼ਤੇਦਾਰ ਨਹੀਂ ਸੀ ਹੈ, ਹਾਂਜੀ ਅਤੇ ਇੱਕ ਅਖਬਾਰ ਸੀਗਾ ਉੱਥੇ ਜਿਹਦੇ ਵਿੱਚ ਮੈਂ ਲਿਖਦਾ ਹੁੰਦਾ ਸੀਗਾ, ਰਾਮਗੜੀਆਂ ਦਾ ਅਖਬਾਰ ਸੀ। ਉਸ ਅਖਬਾਰ ਦਾ ਜਿਹੜਾ ਕੋਈ ਐਡੀਟਰ ਸੀਗਾ ਉਹਦਾ ਭਰਾ ਇੱਧਰ ਰਹਿੰਦਾ ਸੀ, ਜਗਤ ਸਿੰਘ ਉਹਦਾ ਨਾਮ ਸੀ। ਹਾਂਜੀ ਬਰਮਿੰਘਮ ਇੱਥੇ ਕਿਤੇ ਲੱਗਿਆ ਹੋਇਆ ਸੀ ਉਹ। ਜੀ ਜੀ ਉਹਨਾਂ ਤੋਂ ਚਿੱਠੀ ਲੈ ਕੇ ਉਹਦੇ ਕੋਲ ਮੈਂ ਇੱਥੇ ਆਉਣ ਦੀ ਕੋਸ਼ਿਸ਼ ਕੀਤੀ ਸੀ। ਹਾਂਜੀ। ਤੇ ਕੋਈ ਪਾਸਪੋਰਟ ਵਗੈਰਾ ਬਣਾਉਣ ਦੀ ਉਸ ਵਕਤ ਕੋਈ ਇਸ ਤਰ੍ਹਾਂ ਦੀ ਕੋਈ ਤੁਹਾਨੂੰ ਪ੍ਰੋਬਲਮ ਜਿਹੜੀ ਹੈ ਉਹ ਨਹੀਂ ਹੋਈ? ਬਹੁਤ ਪ੍ਰੋਬਲਮਸ, ਪਰ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਈ। ਹਾਂਜੀ। ਤੇ ਅਗਰ ਤੁਸੀਂ ਆਪਾਂ ਸੋਚਿਆ ਜਾਏ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਸ ਵਕਤ ਮਤਲਬ ਦੂਸਰੇ ਦੇਸ਼ਾਂ ਦੇ ਵਿੱਚ ਵੀ ਜਾ ਰਹੇ ਸੀ, ਜਿਸ ਤਰ੍ਹਾਂ ਕਿ 1947 ਤੋਂ ਬਾਅਦ ਵੀ ਜਾਂ ਪਹਿਲਾਂ ਵੀ ਕੋਈ ਅਫਰੀਕਾ ਜਾ ਰਹੇ ਸੀਗੇ, ਜਾਂ ਮਤਲਬ ਸਿੰਗਾਪੁਰ ਜਾਂਦੇ ਸੀਗੇ, ਜਾਂ ਕੈਨੇਡਾ ਦੇ ਵਿੱਚ ਜਾਂਦੇ ਸੀਗੇ, ਤੇ ਤੁਹਾਨੂੰ ਮਤਲਬ ਇਸ ਤਰ੍ਹਾਂ ਕਿਉਂ ਲੱਗਿਆ ਕਿ ਤੁਸੀਂ ਇੰਗਲੈਂਡ ਦੇ ਵਿੱਚ ਹੀ ਸਪੈਸ਼ਲੀ ਆਉਣਾ ਚਾਹੁੰਦੇ ਹੋ? ਕੋਈ ਖਾਸ ਗੱਲ ਸੀ ਇਸ ਕੰਟਰੀ ਦੇ ਵਿੱਚ, ਜਾਂ ਕੋਈ ਖਾਸ ਮਤਲਬ ਅਟਰੈਕਸ਼ਨ ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ, ਕੋਈ ਖਾਸ ਖਿੱਚ ਸੀ? ਕੁਛ ਮਨ ਹੀ ਬਣ ਗਿਆ। ਵੈਸੇ ਸਾਡੇ ਰਿਸ਼ਤੇਦਾਰ ਅਫਰੀਕਾ ਦੇ ਵਿੱਚ ਵੀ ਸੀਗੇ, ਹਾਂਜੀ ਉਹ ਕਾਫੀ ਪਹਿਲਾਂ ਗਏ ਸੀਗੇ, ਜੀ ਅਤੇ ਮੇਰੇ ਵੱਡੇ ਭਰਾ ਨੇ ਟਰਾਈ ਕੀਤੀ ਸੀ, ਉਹਦਾ ਪਾਸਪੋਰਟ ਬਣਿਆ ਸੀਗਾ ਅਫਰੀਕਾ ਦਾ। ਉਹ ਫਿਰ ਉਹ ਆਪਣੇ ਰਿਸ਼ਤੇਦਾਰਾਂ ਨਾਲ ਕੁਛ ਨਾਰਾਜ਼ ਨਰੂਜ਼ ਹੋ ਕੇ ਉਹ ਗਿਆ ਨਹੀਂ, ਜੀ ਅਤੇ ਉੱਥੇ ਉਹਨੇ ਕਾਰੋਬਾਰ ਸ਼ੁਰੂ ਕਰਤਾ ਸੀ, ਦੋਨਾਂ ਭਰਾਵਾਂ ਨੇ ਅਸੀਂ। ਅਤੇ ਉਹ ਤੋਂ ਬਾਅਦ ਫਿਰ ਮੇਰਾ ਇਹ ਮਨ ਬਣਿਆ ਵੀ ਚਲੋ ਇੰਗਲੈਂਡ ਦੇਖਦੇ ਹਾਂ, ਚੱਲਦੇ ਹਾਂ। ਅੱਛਾ, ਫਿਰ ਤੁਸੀਂ ਜਦੋਂ ਇੰਗਲੈਂਡ ਆਉਣ ਦੀ ਤਿਆਰੀ ਕੀਤੀ ਤਾਂ ਤੁਹਾਨੂੰ ਕੋਈ ਮਤਲਬ ਆਪਣੇ ਪੈਸਿਆਂ ਦੇ ਬਾਰੇ ਕੋਈ ਇਸ ਤਰ੍ਹਾਂ ਦੀ ਤਕਲੀਫ, ਜਾਂ ਕਿਸ ਤਰ੍ਹਾਂ ਮਤਲਬ ਫਾਈਨੈਂਸ਼ੀਅਲ ਪ੍ਰੋਬਲਮਸ ਕਿਸ ਤਰ੍ਹਾਂ ਹੁੰਦੀਆਂ ਨੇ? ਕੋਈ ਖਾਸ ਨਹੀਂ, ਕੋਈ ਖਾਸ ਨਹੀਂ। ਤਕਲੀਫ ਨਹੀਂ, ਹਾਂਜੀ। ਤੇ ਉਸ ਵਕਤ ਮਤਲਬ ਕਿਰਾਇਆ ਕਿੰਨਾ ਕੁ ਲੱਗਦਾ ਸੀ? ਬਹੁਤ ਘੱਟ। ਬਹੁਤ ਘੱਟ? ਦੇਖ ਲਓ ਵੀ 1814 ਰੁਪਏ ਸ਼ਾਇਦ ਲੱਗੇ ਸੀਗੇ, ਹਾਂਜੀ ਦਿੱਲੀ ਟੂ ਲੰਡਨ। ਯਾ ਇਹ ਤੁਸੀਂ ਮਤਲਬ ਹਵਾਈ ਜਹਾਜ਼ ਵਿੱਚ ਆਏ ਸੀ, ਜਾਂ ਤੁਸੀਂ ਹਵਾਈ ਜਹਾਜ਼। ਹਵਾਈ ਜਹਾਜ਼ ਦੇ ਵਿੱਚ? ਤੇ ਤੁਹਾਨੂੰ ਮਤਲਬ ਜਦੋਂ ਤੁਸੀਂ ਇੰਡੀਆ ਲੀਵ ਕੀਤਾ ਤੇ ਉਸ ਵਕਤ ਤੁਹਾਡੇ ਵਾਸਤੇ ਕਿੰਨਾ ਮੁਸ਼ਕਿਲ ਸੀ ਕਿ ਤੁਸੀਂ ਆਪਣਾ ਦੇਸ਼ ਛੱਡ ਕੇ ਤੇ ਜਾ ਰਹੇ ਹੋ? ਮਤਲਬ ਕਿਸ ਤਰ੍ਹਾਂ ਦੀ ਫੀਲਿੰਗ ਸੀ ਸਾਡੇ ਦਿਲ ਦੇ ਵਿੱਚ? ਜ਼ਿੰਦਗੀ ਦੇ ਚਿੰਨ੍ਹ, ਇਹ ਕਿਤਾਬ ਹੈ ਮੇਰੀ ਲਿਖੀ। ਇਹ ਥੋੜਾ ਉੱਪਰ ਜੀ ਇਸ ਕਿਤਾਬ ਦੇ ਵਿੱਚ ਹਾਂਜੀ ਮੈਂ ਇੱਥੇ ਆਉਣ ਬਾਰੇ ਜੀ ਔਰ ਉੱਥੋਂ ਤੁਰਨ ਬਾਰੇ ਅਤੇ ਫਿਰ ਕੀ ਔਕੜਾਂ ਹੋਈਆਂ, ਹਾਂਜੀ ਇਸ ਕਿਤਾਬ ਦੇ ਵਿੱਚ ਹਰ ਚੀਜ਼ ਹੈਗੀ ਹੈ। ਹਾਂਜੀ ਤਕਰੀਬਨ ਇਹ 125 ਸੌ ਸਫ਼ੇ ਦੀ ਕਿਤਾਬ ਹੈ। ਹਾਂਜੀ
ਇਹਦੇ 'ਚ ਸਾਰਾ ਉਹ ਲਿਖਿਆ ਹੈ। ਬਾਕੀ ਕੁਛ ਮੇਰੀਆਂ ਇਹ ਕਿਤਾਬ ਇਹਦੇ ਵਿੱਚ ਸ਼ਾਰਟ ਸਟੋਰੀਜ਼ ਹੈ, ਹਾਂਜੀ ਉਹ ਮੇਰਾ ਖਿਆਲ ਹੈ ਤੁਹਾਡੇ ਹਾਲੇ ਅੱਗੇ ਸਵਾਲ ਆਉਣਗੇ ਤਾਂ ਉਹਦਾ ਫਿਰ ਮੈਂ ਅੱਗੇ ਜਾ ਕੇ ਜਵਾਬ ਦਿੰਦਾ। ਅਤੇ ਉੱਥੋਂ ਜਿਹੜੇ ਇਸ ਵੇਲੇ ਚੱਲੇ ਆ ਨਾ ਅਸੀਂ, ਇਹਦੇ ਵਿੱਚ ਉਹ ਸਾਰਾ ਇਹਦਾ ਲਿਖਿਆ ਹੈਗਾ ਇਸ ਕਿਤਾਬ ਦੇ ਵਿੱਚ। ਤੇ ਤੁਸੀਂ ਉਦੋਂ ਸ਼ਾਦੀशुदा ਸੀ ਜਦੋਂ ਤੁਸੀਂ ਹਾਂ, ਸ਼ਾਦੀशुदा ਸੀ। ਹਾਂਜੀ ਉਸ ਵੇਲੇ ਮੇਰੇ 2 ਬੱਚੇ ਸੀਗੇ, 2 ਲੜਕੀਆਂ ਸੀ। ਜੀ। ਤੇ ਫਿਰ ਜਦੋਂ ਤੁਸੀਂ ਮਤਲਬ 에ਅਰਪੋਰਟ ਦੇ ਉੱਪਰ ਇੱਥੇ ਆਏ ਇੰਗਲੈਂਡ ਦੇ ਵਿੱਚ, ਤੇ ਤੁਹਾਨੂੰ ਮਤਲਬ ਆਉਂਦੇ ਸਾਰੀ ਇੱਥੇ ਕਿਸ ਤਰ੍ਹਾਂ ਦਾ ਲੱਗਾ? ਤੁਹਾਨੂੰ ਪਤਾ ਹੁਣ ਇੱਕ ਵੈਸੇ ਸ਼ਹਿਰਾਂ ਦੇ ਵਿੱਚ ਮੈਂ ਫਿਰਦਾ ਰਿਹਾ, ਬੰਬਈ ਵੀ ਦੇਖਿਆ, ਹਾਂਜੀ ਦਿੱਲੀ ਵੀ ਰਿਹਾ, ਅੰਮ੍ਰਿਤਸਰ ਰਿਹਾ, ਹਾਂਜੀ ਅਤੇ ਇਹ ਲੰਡਨ ਹੁਣ ਉਹਨਾਂ ਨਾਲ ਕੁਛ ਵੱਖਰਾ ਸੀ, ਲੇਕਿਨ ਬੰਬੇ ਔਰ ਲੰਡਨ ਦਾ ਜੇ ਮੁਕਾਬਲਾ ਕੀਤਾ ਜਾਵੇ ਹਾਂਜੀ ਤਾਂ ਇੰਨਾ ਕੋਈ ਫਰਕ ਨਹੀਂ ਸੀ ਹੈਗਾ। ਹਾਂਜੀ ਪਰ ਇੰਨਾ ਸੀਗਾ ਵੀ ਇੱਥੇ ਸੜਕਾਂ ਵਗੈਰਾ ਅਤੇ ਹੋਰ ਕੁਛ ਉੱਥੇ ਨਾਲੋਂ ਸਫਾਈ ਅੱਛੀ ਲੱਗ ਰਹੀ ਸੀ। ਜੀ ਉਸ ਵੇਲੇ ਦੇ ਹਾਲਾਤ ਜਿਹੜੇ ਸੀ ਇੰਡੀਆ ਦੇ ਇੰਨੇ ਵਧੀਆ ਨਹੀਂ ਸੀ ਜਿੰਨੇ ਕਿ ਹੁਣ ਹੈਗੇ। ਹੁਣ ਕੁਛ ਠੀਕ ਹੈ, ਤਰੱਕੀ ਕੀਤੀ ਹੈ ਕਾਫੀ, ਯਾ ਉਦੋਂ ਇੰਨੇ ਵਧੀਆ ਨਹੀਂ ਸੀ। ਹਾਂਜੀ। ਮਤਲਬ ਜਦੋਂ ਤੁਸੀਂ 에ਅਰਪੋਰਟ ਦੇ ਉੱਪਰ ਆ ਕੇ ਉਤਰੇ ਤੇ ਮਤਲਬ ਇਮੀਗ੍ਰੇਸ਼ਨ ਦੇ ਥਰੂ ਵੀ ਤੁਸੀਂ ਆਏ, ਤੇ ਤੁਹਾਨੂੰ ਕਿਸ ਤਰ੍ਹਾਂ ਲੱਗਾ ਕਿ ਇਹਨਾਂ ਲੋਕਾਂ ਨੇ ਤੁਹਾਡਾ ਕਿਸ ਤਰ੍ਹਾਂ ਸਵਾਗਤ ਕੀਤਾ? ਏਅਰਪੋਰਟ ਦੇ ਉਤਰਦਿਆਂ ਹੀ ਜਿੱਦਾਂ ਅਸੀਂ ਕੁਛ ਡਰਦੇ ਸੀ, ਕੋਈ 5-6 ਬੰਦੇ ਸੀ ਮੇਰੇ ਨਾਲ, ਹਾਂਜੀ ਅਤੇ ਉਹ ਸਾਰਿਆਂ ਨੂੰ ਗਾਈਡ ਮੈਂ ਹੀ ਕਰ ਰਿਹਾ ਸੀਗਾ। ਜੀ ਅਤੇ ਉਹ ਇਹੋ ਜਿਹੀ ਕੋਈ ਉਸ ਵੇਲੇ ਪ੍ਰੋਬਲਮ ਨਹੀਂ ਸੀ ਹੈਗੀ। ਹਾਂਜੀ ਇਮੀਗ੍ਰੇਸ਼ਨ ਦੇ ਵਿੱਚ ਵੀ ਅਸੀਂ ਕੋਈ ਕੁਐਸਚਨ ਨਹੀਂ ਸੀ, ਕੋਈ ਕੁਛ ਨਹੀਂ ਸੀ ਹੈਗਾ। ਹਾਂਜੀ ਅਤੇ ਇੱਥੋਂ ਉਤਰਦੇ ਅਸੀਂ ਲੰਡਨ ਗੁਰਦੁਆਰੇ ਆ ਗਏ ਹਾਂ। ਗੁਰਦੁਆਰੇ ਵਾਲਿਆਂ ਨੇ ਸਾਨੂੰ ਗਾਈਡ ਕੀਤਾ, ਸਾਡੇ ਕੋਲ ਐਡਰੈਸ ਸੀ ਜਿਨ੍ਹਾਂ ਦੇ ਉੱਥੇ ਭੇਜਣ ਲਈ। ਕਮੈਂਟਰੀ ਇੱਥੇ ਅਸੀਂ 6 ਬੰਦੇ ਮੇਰੇ ਨਾਲ ਸੀ ਜਦੋਂ ਕਮੈਂਟਰੀ ਉਤਰੇ ਹਾਂ। ਅੱਛਾ, ਕਿਹੜੀ ਤਰੀਕ ਨੂੰ ਤੁਸੀਂ ਇੱਥੇ ਆਏ ਸੀ? ਇਹੋ ਜੁਲਾਈ, ਮੇਰਾ ਖਿਆਲ 17 ਜੁਲਾਈ ਸੀ ਹਾਂਜੀ 1954। ਤੇ ਫਿਰ ਤੁਸੀਂ ਸਿੱਧੇ ਮਤਲਬ ਉੱਥੋਂ ਕਵੈਂਟਰੀ ਵਿੱਚ ਤੁਸੀਂ ਪਹਿਲਾਂ- ਕਮੈਂਟਰੀ ਟ੍ਰੇਨ ਦੇ ਵਿੱਚ ਕਮੈਂਟਰੀ ਆਏ ਹਾਂ। ਹਾਂਜੀ ਕਮੈਂਟਰੀ ਤੋਂ ਫਿਰ ਅਸੀਂ ਉਤਰੇ ਹਾਂ ਜਿਸ ਵੇਲੇ, ਅਤੇ ਇੱਕ ਬੰਦਾ ਸਾਨੂੰ ਪੰਜਾਬੀ ਸੀ ਕੋਈ, ਉਹ ਨੌਜਵਾਨ ਸੀਗਾ, ਉਹ ਮਿਲਿਆ। ਉਹਨੇ ਫਿਰ ਗਾਈਡ ਕੀਤਾ ਜਿੱਦਾਂ ਸੀਗੇ, ਉਹ ਸਾਰਿਆਂ ਨੂੰ ਫੋਨ ਕਰਕੇ ਟੈਕਸੀਆਂ ਮੰਗਾਈਆਂ ਹਾਂਜੀ ਅਤੇ ਸਾਨੂੰ ਘਰ ਭੇਜ ਦਿੱਤਾ। 2-3 ਟੈਕਸੀਆਂ ਦੇ ਵਿੱਚ ਇੱਕ ਜਗ੍ਹਾ ਅਸੀਂ 4 ਜਣੇ ਚਲੇ ਗਏ ਸੀ, ਇੱਕ ਜਗ੍ਹਾ 2 ਜਣੇ ਚਲੇ ਗਏ ਸੀ। ਅੱਛਾ, ਤੇ ਮਤਲਬ ਜਦੋਂ ਤੁਸੀਂ ਆਏ ਤੇ ਤੁਹਾਨੂੰ ਕੁਝ ਯਾਦ ਹੈ ਕਿ ਟ੍ਰੇਨ ਦੇ ਵਿੱਚ ਉਸ ਵਕਤ ਮਤਲਬ ਕਿੰਨਾ ਕੁ ਫੇਅਰ ਹੁੰਦਾ ਸੀ? ਸਟੇਸ਼ਨ ਦੇ ਵਿੱਚ ਇੰਨੀ ਬਹੁਤੀ ਭੀੜ ਨਹੀਂ ਸੀ ਹੁੰਦੀ ਉਸ ਵੇਲੇ, ਜੀ ਹੁਣ ਉਹ ਘੱਟ ਸੀ ਭੀੜ। ਵੈਸੇ ਹਾਂਜੀ। ਕਿਰਾਇਆ ਕਿੰਨਾ ਸੀ ਹੁੰਦਾ ਸੀ? ਕਿਰਾਇਆ ਕੁਛ ਯਾਦ ਨਹੀਂ ਹੋਣਾ, ਯਾਦ ਨਹੀਂ। ਤੇ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਸ਼ੌਕ ਲੱਗਾ, ਕਲਚਰਲ ਸ਼ੌਕ, ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਦੂਸਰੇ ਲੋਕਾਂ ਨੂੰ ਦੇਖ ਕੇ ਜਿਸ ਤਰੀਕੇ ਨਾਲ ਅਸੀਂ ਡਰੈਸ ਅਪ ਹੋਏ ਆ, ਜਾਂ ਮਤਲਬ ਉਹਨਾਂ ਦੇ ਕੱਪੜੇ ਲੀੜੇ ਦੇਖ ਕੇ, ਤੇ ਮਤਲਬ ਤੁਹਾਨੂੰ ਉਹ ਕਿਸ ਤਰ੍ਹਾਂ ਮਹਿਸੂਸ ਹੋਇਆ, ਕਿ ਜਾਂ ਤੁਹਾਡੇ ਦਿਮਾਗ ਵਿੱਚ ਪਹਿਲਾਂ ਹੀ ਇਹ ਗੱਲ ਸੀ ਕਿ ਹਾਂ ਤੁਸੀਂ ਸੋਚਿਆ ਕਿ ਲੋਕ ਇਸ ਤਰ੍ਹਾਂ ਦੇ ਡਰੈਸ ਅਪ ਹੋਏ ਹੋਣਗੇ? ਜਾਂ ਕੁਛ ਨਹੀਂ, different? ਕੋਈ ਸ਼ੌਕ ਨਹੀਂ ਸੀ, ਕਿਉਂਕਿ ਹਿਸਟਰੀ ਪੜ੍ਹੀ ਸੀ, ਹਾਂਜੀ ਸਾਰਾ ਕੁਛ ਪਤਾ ਸੀ ਕਿਸ ਤਰ੍ਹਾਂ ਇਹ ਲੋਕ ਰਹਿੰਦੇ ਹੈਗੇ ਆ। ਹਾਂਜੀ ਇਹੋ ਜਿਹੇ ਕੋਈ ਇੰਨਾ ਨਹੀਂ ਮੇਰੇ ਲਈ ਨਹੀਂ ਸੀ ਕੋਈ ਹੈਗੀ ਐਡੀ ਵੱਡੀ ਪ੍ਰੋਬਲਮ, ਕਿਉਂਕਿ ਪਹਿਲਾਂ ਹੀ ਜਾਣਦਾ ਸੀ ਕੁਛ। ਸਫ਼ਰਨਾਮਾ ਇੱਕ ਪੜ੍ਹਿਆ ਸੀ ਮੈਂ ਇੱਥੇ ਆਉਣ ਲਈ, ਥੋੜ੍ਹੀ ਜਿਹੀ ਸੀਗੀ ਸਟੱਡੀ ਵੀ ਉਹ ਇਹੋ ਜਿਹਾ ਮੁਲਕ ਆ, ਉਹ ਆ ਪੋਜੀਸ਼ਨ ਆ ਉੱਥੇ। ਇਹੋ ਜਿਹਾ ਕੋਈ ਸ਼ੌਕ ਨਹੀਂ ਲੱਗਿਆ। ਤੇ ਇੰਗਲੈਂਡ ਮਤਲਬ ਤੁਹਾਡੇ ਜਿਸ ਤਰ੍ਹਾਂ ਤੁਸੀਂ ਆਪਣੇ ਤਸਵੀਰ ਦੇ ਵਿੱਚ ਦੇਖਿਆ ਸੀ, ਸੋਚਿਆ ਸੀ ਕਿ ਇੰਗਲੈਂਡ ਤਕਰੀਬਨ ਇਸ ਉਹ ਤਰ੍ਹਾਂ ਜਿਹਾ ਹੀ ਆ, ਹੋਵੇਗਾ, ਉਹ ਜਿਹਾ। ਤੇ ਤੁਹਾਡੀ ਤਸਵੀਰ ਉਸੇ ਹਿਸਾਬ ਦੇ ਨਾਲ ਆਹ ਬਿਲਕੁਲ ਉਤਰੀ। ਅੱਛਾ, ਤੇ ਤੁਸੀਂ ਜਦੋਂ ਫਿਰ ਇੱਥੇ ਆ ਗਏ, ਤੁਸੀਂ ਆ ਕੇ ਇੱਥੇ ਮਤਲਬ ਸੈਟਲ ਹੋਏ, ਤੁਸੀਂ ਸਭ ਤੋਂ ਪਹਿਲਾਂ ਕਿਹਾ ਕਿ ਤੁਸੀਂ ਕਵੈਂਟਰੀ ਵਿੱਚ ਆਏ ਸੀ? ਕਮੈਂਟਰੀ 'ਚ ਆਇਆ ਸੀ, ਹਾਂਜੀ ਲੇਕਿਨ ਉੱਥੇ ਫਿਰ ਉਹ ਜਿਹੜੇ ਬੰਦੇ ਸੀਗੇ ਉਹਨਾਂ ਨੇ ਕੁਝ ਦੱਸਿਆ ਵੀ ਇੱਥੇ ਤੁਹਾਨੂੰ ਮੁਸ਼ਕਲ ਹੈਗੀ ਹੈ ਕੰਮ ਦੀ, ਹਾਂਜੀ ਅਤੇ ਤੁਹਾਨੂੰ ਵੋਵਰਹੈਂਪਟਨ ਭੇਜ ਦਿੰਦੇ ਆ। ਹਾਂਜੀ ਵੀ ਉੱਥੇ ਮੇਰਾ ਖਿਆਲ ਹੈ ਵੀ ਠੀਕ ਰਹੇਗਾ। ਹਾਂਜੀ ਇੱਥੇ ਆ ਗਏ, ਉਹਨਾਂ ਦੇ ਵਾਕਫ ਬੰਦੇ ਸੀਗੇ, ਉਹਨਾਂ ਦੇ ਕੋਲ ਪਹੁੰਚ ਗਏ ਇੱਥੇ, ਤਾਂ ਇੱਥੇ ਪ੍ਰੋਬਲਮ ਕੁਛ ਆਈ ਹਾਂਜੀ ਕੰਮ ਦੇ ਬਾਰੇ। ਜੀ ਕੰਮ ਦੇ ਬਾਰੇ ਨੱਠ-ਭੱਜ ਕੀਤੀ, ਕੁਛ ਬੰਦੇ ਸੀ ਉਹਨਾਂ ਨੇ ਕਾਫੀ ਹੈਲਪ ਕੀਤੀ। ਪਰ ਉਸ ਵੇਲੇ ਵੋਵਰਹੈਂਪਟਨ ਦੇ ਵਿੱਚ, ਇਹਦੇ ਵਿੱਚ ਵੀ ਮੈਂ ਕਿਤਾਬ ਦੇ ਜ਼ਿਕਰ ਕੀਤਾ ਹੈਗਾ, ਹਾਂਜੀ
ਕੋਈ 100 ਤੋਂ ਹੇਠਾਂ ਬੰਦੇ ਸੀ ਉਸ ਵੇਲੇ ਇਸ ਟਾਊਨ ਦੇ ਵਿੱਚ। ਹਾਂਜੀ ਸਾਡੇ ਇੰਡੀਅਨਾਂ ਦੇ 4 ਘਰ ਸੀਗੇ। ਜੀ ਇੱਕ ਹੈ ਨਿਊ ਹੈਮਪਟਨ ਰੋਡ ਦੇ ਉੱਪਰ ਸੀਗਾ ਘਰ 5 ਨੰਬਰ, ਹਾਂਜੀ ਡੌਂਕਲੀ ਸਟਰੀਟ ਦੇ ਵਿੱਚ ਘਰ ਸੀਗਾ, ਜੀ ਤੇ ਬਾਕੀ ਬਿਲਸਟਨ ਸੀ ਇੱਕ ਬੜਾ ਘਰ, ਉਹਨੂੰ ਕਹਿੰਦੇ ਹੁੰਦੇ ਸੀ ਬੜੇ ਭਾਈ ਦਾ ਬੜਾ ਘਰ। ਜੀ ਤੇ ਉਹਨਾਂ ਘਰਾਂ ਦੇ ਵਿੱਚ ਅਸੀਂ ਤਕਰੀਬਨ ਇੰਨੇ ਬੰਦੇ ਰਹੇ ਹਾਂ, 4-5 ਘਰਾਂ 'ਚ। ਹਾਂਜੀ ਜਿਸ ਘਰ ਦੇ ਵਿੱਚ ਮੈਂ ਰਿਹਾ 3 ਬੈੱਡਰੂਮ ਦਾ ਘਰ ਸੀ। ਪਹਿਲੇ ਟਾਈਮ ਦੇ ਵਿੱਚ ਅਸੀਂ 19 ਬੰਦੇ ਰਹੇ ਹਾਂ। ਤੇ ਕੁਝ ਬੰਦਿਆਂ ਨੇ ਗੋਰਿਆਂ ਦੇ ਰਹਿਣ ਦੀ ਕੋਸ਼ਿਸ਼ ਕੀਤੀ ਹੈ, ਤੇ ਉੱਥੇ ਬੜੀ ਮੁਸ਼ਕਿਲ ਸੀਗੀ। ਇੱਕ ਤੇ ਲੱਜ ਸਿਸਟਮ ਸੀਗਾ, ਕਿਰਾਇਆ ਜ਼ਿਆਦਾ ਸੀਗਾ, ਹਾਂਜੀ 4-5 ਪਾਉਂਡ ਉਸ ਵੇਲੇ ਬਹੁਤ ਹੁੰਦੇ ਆ। ਜੀ ਤੇ ਇੱਕ ਔਸਤਨ ਤਨਖਾਹ ਜਿਹੜੀ ਸੀਗੀ ਉਹ 7.5-8 ਪਾਉਂਡ ਸੀ ਸਾਰੀ ਵੀਕਲੀ। ਤੇ ਉਸ ਵੇਲੇ ਜਿਹੜੇ 8 ਪਾਉਂਡ ਸੀਗੇ ਨਾ, ਇਹ ਵੀ ਬਹੁਤ ਜ਼ਿਆਦਾ ਸੀਗੇ ਉਸ ਮੌਕੇ ਦੇ ਮੁਤਾਬਕ। ਉਹ ਇਸ ਤਰ੍ਹਾਂ ਵੀ ਸੋਨੇ ਦਾ ਭਾਅ ਉਸ ਵੇਲੇ ਜਿਹੜਾ ਸੀਗਾ ਕੋਈ 2.5-3 ਪਾਉਂਡ ਤੋਲਾ ਸੀਗਾ। ਹਾਂਜੀ ਤੇ ਬਾਕੀ ਬੀਅਰ ਵਗੈਰਾ ਜਿਹੜੀ ਸੀ ਉਹ 10 ਪੈਨੀ ਦਾ ਗਲਾਸ ਆਉਂਦਾ ਸੀ ਬੀਅਰ ਦਾ। ਮਤਲਬ ਪੈਨੀਆਂ ਜਿਹੜੀਆਂ ਸੀ ਉਸ ਵੇਲੇ 1 ਪਾਉਂਡ ਦੇ ਵਿੱਚ 120 ਪੈਨੀਆਂ 220 ਪੈਨੀਆਂ ਹੁੰਦੀਆਂ ਸੀ। 20 ਸ਼ਿਲਿੰਗ ਤੇ 1 ਸ਼ਿਲਿੰਗ ਦੇ ਵਿੱਚ 12 ਪੈਨੀਆਂ ਹੁੰਦੀਆਂ ਸੀ। ਇੱਦਾਂ ਦਾ ਸਿਸਟਮ ਸੀਗਾ। ਤੇ ਤੁਸੀਂ ਮਤਲਬ ਫਿਰ ਆ ਕੇ ਇੱਥੇ ਤੁਹਾਨੂੰ ਕਿੱਥੇ ਕੰਮ ਮਿਲਿਆ? ਇੱਥੇ ਆਣ ਕੇ ਫਿਰ ਕੰਮ ਲਈ ਨੱਠ ਭੱਜ ਕੀਤੀ ਤੇ ਗਏ ਕਈ ਥਾਈਂ, ਪਰ ਉਹ ਮੁਸ਼ਕਿਲ ਇਹ ਆਈ ਕਿ ਇੱਕ ਤੇ ਉਸ ਵੇਲੇ ਮੇਰੇ ਪਗੜੀ ਸੀ ਹਾਂਜੀ ਤੇ ਕੇਸ ਫਿਰ ਕਟਾਉਣੇ ਪਏ। ਹਾਂਜੀ ਤੇ ਇੱਕ ਦੋ ਨੇ ਇਸ ਤਰ੍ਹਾਂ ਵੀ ਕਿਹਾ ਵੀ ਤੁਸੀਂ, ਕਈਆਂ ਨੂੰ ਤਾਂ ਜਵਾਬ ਹੀ ਮਿਲਦਾ ਰਿਹਾ, ਤੇ ਇੱਕ ਦੋ ਨੇ ਕਿਹਾ ਵੀ ਇਹਦੇ ਪਗੜੀ ਹੈ ਇਹਦੇ ਤੇ ਕੰਮ ਜਿਹੜਾ ਹੈਗਾ, ਜਿਹੜੇ ਵਰਕਰ ਹੈਗੇ ਇਹਦੇ ਵੱਲ ਦੇਖਣਗੇ, ਕੰਮ ਨਹੀਂ ਕਰਨਗੇ ਇੰਨਾ। ਤੇ ਇਸ ਤਰ੍ਹਾਂ ਦੀਆਂ ਕੋਈ ਪ੍ਰੋਬਲਮਾਂ ਸੀਗੀਆਂ। ਫਿਰ ਉਹ ਬਾਲ ਕਟਵਾ ਕੇ ਤੇ ਫਿਰ ਕੰਮ ਦੇ ਉੱਪਰ ਲੱਗੇ। ਤੁਹਾਨੂੰ ਮਤਲਬ ਇਸ ਦੇ ਬਾਰੇ ਬਹੁਤ ਜ਼ਿਆਦਾ ਕੁਛ ਹੋਇਆ ਹੋਏਗਾ ਕਿ ਫੀਲ ਹੋਇਆ। ਮੈਂ ਆਪਣੇ ਹਾਵ ਭਾਵ ਸਾਰੇ ਇਹਦੇ ਵਿੱਚ ਲਿਖੇ ਆ। ਹਾਂਜੀ ਹੋਇਆ ਫੀਲ ਕਾਫੀ yeah, ਕੁਛ ਅਜੀਬ ਜਿਹਾ ਲੱਗਾ। ਹਾਂਜੀ ਬਾਲ ਕਟਾਉਣੇ ਦੇ ਬਾਅਦ ਜਿਸ ਵੇਲੇ ਮੈਂ ਸ਼ੀਸ਼ੇ ਦੇ ਅੱਗੇ ਆਇਆ ਤੇ ਮੈਂ ਮਹਿਸੂਸ ਕੀਤਾ ਵੀ ਮੈਂ ਤਾਂ ਬਿਲਕੁਲ ਹੈ ਨਹੀਂ ਉਹ, ਹਾਂਜੀ ਇੱਦਾਂ ਦਾ ਕੁਛ ਲੱਗਾ ਸੀ। ਮਤਲਬ ਤੁਹਾਨੂੰ ਆਪਣਾ ਆਪ ਬਿਲਕੁਲ ਆਪਣਾ ਆਪ ਇਸ ਤਰ੍ਹਾਂ ਲੱਗਿਆ, ਓਪਰਾ ਲੱਗਿਆ ਬਹੁਤ। ਤੇ ਹੋਰ ਤੁਸੀਂ ਮਤਲਬ ਤੁਹਾਡੇ ਜਿਸ ਤਰ੍ਹਾਂ ਬੌਸ ਜੋ ਹੈ ਸੀ, ਉਹਨਾਂ ਦਾ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵਰਤਾਓ ਸੀ ਜਦ ਤੁਹਾਨੂੰ ਜੌਬ ਜਿਹੜੀ ਮਿਲੀ? ਬੌਸ ਤਾਂ ਉਹ ਇਸ ਤਰ੍ਹਾਂ ਹੁੰਦਾ ਹੈਗਾ ਵੀ ਜਿਹੜੇ ਕੰਮ ਲੈਣੇ ਵਾਲੇ ਹੈਗੇ ਆ ਨਾ, ਹਾਂਜੀ ਉਹ ਤਾਂ ਇੱਦਾਂ ਹੁੰਦਾ ਕਿ ਜਿਹੜਾ ਵਰਕਰ ਅੱਛਾ ਕੰਮ ਕਰਦਾ ਆ ਉਹਨੂੰ ਉਹ ਨਫ਼ਰਤ ਨਹੀਂ ਕਰਦੇ ਹੈਗੇ। ਪਰ ਆਮ ਜਿਹੜੇ ਨਾਲ ਕੰਮ ਕਰਨ ਵਾਲੇ ਸੀਗੇ ਉਹਨਾਂ 'ਚ ਜ਼ਰੂਰ ਨਫ਼ਰਤ ਸੀਗੀ। ਹਾਂਜੀ ਉਹ ਕੁਛ ਬੁਰਾ ਮਹਿਸੂਸ ਕਰਦੇ ਸੀ। ਤੇ ਜਿਹੜੇ ਗੋਰੇ ਸਾਥੀ ਸੀ ਮਤਲਬ ਉਹ ਗੋਰੇ। ਕਿਸ ਤਰ੍ਹਾਂ? ਗੋਰੇ ਬੁਰਾ ਮਹਿਸੂਸ ਕਰਦੇ ਸੀ ਭਈ ਇਹ ਕੰਮ ਨੂੰ, ਇੱਕ ਤੇ ਅਸੀਂ ਲੋਕ ਸੀ ਜਿਹੜੇ ਕੰਮ ਕਰਨ ਵਾਲੇ ਜਿਹੜੇ ਹੁੰਦੇ ਆ, ਵੀ ਨਵਾਂ ਜਿਹੜਾ ਬੰਦਾ ਆਇਆ ਹੋਵੇ ਜੀ ਉਹ ਚਾਹੁੰਦਾ ਵੀ ਮੈਂ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਾਂ ਤਾਂ ਕਿ ਹਾਂਜੀ ਮੇਰਾ ਜਿਹੜਾ ਹੈਗਾ ਆ ਕੋਈ ਅਸਰ ਅੱਛਾ ਪਵੇ ਹਾਂਜੀ ਫੈਕਟਰੀ ਦੇ ਉੱਪਰ, ਮਾਲਕਾਂ ਦੇ ਉੱਪਰ। ਤੇ ਉਹ ਜਿਹੜੇ ਹੁਣ ਦੂਸਰੇ ਗੋਰੇ ਹੈਗੇ ਸੀਗੇ ਉਹ ਇਹ ਚਾਹੁੰਦੇ ਨਾ ਸੀ ਕਿ ਸਾਡੇ ਤੋਂ ਵੱਧ ਕੇ ਕੰਮ ਕਰੇ। ਹਾਂਜੀ ਤੇ ਇੱਦਾਂ ਦੀਆਂ ਕੋਈ ਪ੍ਰੋਬਲਮਾਂ ਸੀਗੀਆਂ। ਤੇ ਹੋਰ ਕਿਸੇ ਤਰੀਕੇ ਦੇ ਨਾਲ ਤੁਹਾਡੇ ਨਾਲ ਕੋਈ ਮਤਲਬ ਇਸ ਤਰ੍ਹਾਂ ਦਾ ਫਰਕ ਕੀਤਾ ਜਾਂਦਾ ਸੀ ਉਸ ਵਕਤ ਕਿ ਮਤਲਬ ਤੁਸੀਂ ਗੋਰੇ ਵਰਕਰਾਂ ਦੇ ਨਾਲ ਜਾਂ ਤੁਹਾਡੇ ਨਾਲ ਵੀ ਕਿਸ ਤਰੀਕੇ ਦੇ ਨਾਲ ਉਹ ਦੇਖਦੇ ਸਨ ਕਿ ਵੀ? ਇਹੋ ਅੱਵਲ ਤੋਂ ਅਖੀਰ ਤੱਕ ਚੱਲਦਾ ਹੀ ਆਇਆ ਤੇ ਚੱਲਦਾ ਰਹਿਣਾ, ਮੇਰਾ ਆਪਣਾ ਅੰਦਾਜ਼ਾ ਹੈਗਾ। ਤੇ ਫਰਕ ਤਾਂ ਹੈ, ਇਹਨਾਂ ਕਿਤਾਬਾਂ ਦੇ ਵਿੱਚ, ਸਟੋਰੀਆਂ ਦੇ ਵਿੱਚ ਵੀ ਮੈਂ ਲਿਖਿਆ ਹੈਗਾ, ਕਾਫੀ ਫਰਕ ਤਾਂ ਉਹ ਹੈ। ਹਾਂਜੀ ਤੇ ਕੁਛ ਲੋਕ ਹੈਗੇ ਆ ਜਿਹੜੇ ਕਿ ਇਨਸਾਨੀਅਤ ਦੀ ਕਦਰ ਕਰਦੇ ਆ, ਹਾਂਜੀ ਤੇ ਸਾਰੇ ਨਹੀਂ।
ਸਾਰੇ ਜਿਹੜੇ ਹੈਗੇ ਆ ਵਿੱਚ ਬਹੁਤ ਲੋਕ ਜਿਹੜੇ ਆ ਉਹ ਨਫ਼ਰਤ ਦੀ ਨਿਗਾਹ ਨਾਲ ਵੀ ਦੇਖਦੇ ਆ। ਤੇ ਤੁਹਾਨੂੰ ਯਾਦ ਹੈ ਕਿ ਤੁਹਾਡੇ ਪਹਿਲੇ ਵੇਜੀ ਜਿਹੜੇ ਸੀ ਉਹ ਕਿੰਨੇ ਸੀ? ਪਹਿਲਾਂ ਕੀ? ਪਹਿਲੇ ਤੁਹਾਡੀ ਤਨਖਾਹ ਜਿਹੜੀ ਸੀਗੀ ਤੇ ਹਾਂ, ਯਾਦ ਆ ਮੈਨੂੰ ਅੱਛੀ ਤਰ੍ਹਾਂ ਨਾ। ਪਹਿਲੇ ਵੇਜਸ ਜਿਹੜੇ ਸੀਗੇ ਉਹ ਇਸ ਤਰ੍ਹਾਂ ਸੀਗਾ ਵੀ 54 ਦੇ ਵਿੱਚ ਜਿਸ ਫੈਕਟਰੀ ਦੇ ਵਿੱਚ ਮੈਂ ਕੰਮ ਕਰਦਾ ਸੀ ਉੱਥੇ 121 ਸ਼ਿਲਿੰਗਾਂ ਮਿਲਦੀਆਂ ਸੀ। 1.5 ਪਾਉਂਡ ਬੋਨਸ ਮਿਲਦਾ ਸੀ, 7.5 ਪਾਉਂਡ ਹੁੰਦੇ ਸੀ ਸਾਰੇ। ਤੇ ਫੈਕਟਰੀ ਬੋਨਸ ਹੁੰਦਾ ਸੀ ਇੱਕ, ਜੇ ਤੁਸੀਂ ਗੈਰ ਹਾਜ਼ਰ। ਤੇ ਉਹ ਤੋਂ ਬਾਅਦ ਫਿਰ ਸੀਗਾ ਕਿ ਤੁਸੀਂ ਜੇ ਜਿੰਨਾ ਤੁਸੀਂ ਕੰਮ ਕਰਦੇ ਆ ਉਹਨਾਂ ਤੁਸੀਂ ਬੋਨਸ ਬਣਾ ਲੈਂਦੇ ਸੀ। ਉਸ ਵੇਲੇ ਤਕਰੀਬਨ 8-9 ਪਾਉਂਡ ਤੱਕ ਚਲੇ ਜਾਂਦੇ ਸੀਗੇ, ਜਿਹਦੇ 8-9 ਪਾਉਂਡ ਹੁੰਦੇ ਸੀ। ਮੇਰੇ ਇੰਨੇ ਸੀਗੇ, ਕਈਆਂ ਦੇ 7.5-8 ਤੱਕ ਰਹਿੰਦੇ ਸੀ, ਮੇਰੇ 9 ਪਾਉਂਡ ਤੱਕ 10 ਪਾਉਂਡ ਤੱਕ ਵੀ ਜਾਂਦੇ ਰਹੇ ਆ। ਜਿਹੜੇ ਅੱਛਾ ਕੰਮ ਕਰਨ ਵਾਲਾ ਸੀਗਾ ਉਹ ਬੋਨਸ ਲੈ ਕੇ ਨਾ ਉਹ ਇੰਨੇ ਪੈਸੇ ਬਣਾ ਲੈਂਦਾ ਸੀ। ਜੀ, ਮਤਲਬ ਇਹਨਾਂ ਪੈਸਿਆਂ ਦੇ ਨਾਲ ਗੁਜ਼ਾਰਾ ਜੋ ਸੀਗਾ ਉਹ ਮਤਲਬ ਕਾਫੀ ਅੱਛਾ ਹੋ ਜਾਂਦਾ ਸੀ। ਹਾਂ, ਗੁਜ਼ਾਰਾ ਠੀਕ ਹੋ ਜਾਂਦਾ ਸੀ ਉਸ ਵੇਲੇ, ਸੈੱਟ ਸੀ ਠੀਕ, ਕਿਉਂਕਿ ਕਿਰਾਇਆ ਬੜਾ ਘੱਟ ਸੀਗਾ ਜਿਸ ਵੇਲੇ ਅਸੀਂ ਇਕੱਠੇ ਰਹਿੰਦੇ ਸੀਗੇ। ਤੇ ਪਹਿਲੇ ਟਾਈਮ ਦੇ ਵਿੱਚ ਤਾਂ 10 ਸ਼ਿਲਿੰਗਾਂ ਹੀ, ਸਿਰਫ ਅੱਧਾ ਪਾਉਂਡ ਕਿਰਾਇਆ ਹੁੰਦਾ ਸੀਗਾ। ਤੇ ਉਹਦੇ ਵਿੱਚ ਹੀ ਮੈਟਰਸ ਵਗੈਰਾ, ਬੈੱਡ, ਤੇ ਬਾਕੀ ਜਿਹੜਾ ਸੀਗਾ ਖਰਚਾ ਦਾਲ ਰੋਟੀ ਦਾ, ਜੇ 5-6 ਦੀ ਰੋਟੀ ਇਕੱਠੀ ਹੁੰਦੀ ਸੀਗੀ, ਦਾਲ ਰੋਟੀ ਵਗੈਰਾ ਸਬਜ਼ੀ ਮੀਟ ਹਫ਼ਤੇ 'ਚ 1-2 ਵਾਰੀ, ਤਾਂ ਉਹ ਕੋਈ 1.5 ਪਾਉਂਡ ਉਹ ਖਰਚਾ ਹੁੰਦਾ ਸੀ। 2 ਪਾਉਂਡ ਦੇ ਨਾਲ ਖਰਚਾ ਚੱਲ ਜਾਂਦਾ ਸੀ। ਬਾਕੀ ਕੱਪੜਿਆਂ ਦਾ, ਬੀਰ ਦਾ, ਤੇ ਹੋਰ ਜਿਹੜਾ ਕੋਈ ਸਪੇਅਰ ਤੁਸੀਂ ਕੋਈ ਚੀਜ਼ ਖਾਣੀ ਪੀਣੀ ਹੈ ਵੱਖਰੀ, ਤਾਂ ਉਹਦਾ ਵੱਖਰਾ ਖਰਚਾ ਹੁੰਦਾ ਸੀ। ਤੇ ਘਰ ਕਿਸ ਤਰ੍ਹਾਂ ਦੇ ਹੁੰਦੇ ਸੀ, ਮਤਲਬ ਘਰ ਦੀ ਫੈਸਿਲਿਟੀਜ਼ ਵਗੈਰਾ ਕਿਸ ਤਰ੍ਹਾਂ ਹੁੰਦੀਆਂ ਸੀ? ਘਰ ਉਸ ਵੇਲੇ ਕਾਰਪੋਰੇਟ ਨਸੀ ਹੁੰਦੇ ਹੈਗੇ, ਕਮਰਿਆਂ ਦੇ ਵਿੱਚ ਲਾਈਨੋ ਵਗੈਰਾ ਹੁੰਦੇ ਸੀਗੇ, ਤੇ ਹੇਠਾਂ ਵੀ ਫਰਸ਼ ਫੁਰਸ਼ੇ ਹੁੰਦੇ ਸੀਗੇ। ਕਾਰਪੋਰੇਟ ਬਹੁਤ ਘੱਟ ਸੀ, ਕਾਰਪੋਰੇਟ ਦਾ ਰਿਵਾਜ਼ ਨਸੀ ਹੈਗਾ ਇੰਨਾ। ਤੇ ਤੁਸੀਂ ਮਤਲਬ ਤੁਹਾਡਾ ਜੋ ਧਰਮ ਦੇ ਬਾਰੇ ਵਿੱਚ ਉਹ ਕੀ ਐਕਸਪੀਰੀਅੰਸ ਹੈ ਉਸ ਵਕਤ? ਮਤਲਬ ਤੁਸੀਂ ਆਪਣਾ ਜੋ ਪੂਜਾ ਪਾਠ ਹੈ ਉਹਦੇ ਤੁਹਾਡੀ ਕੀ ਰੂਟੀਨ ਸੀ ਉਸ ਵਕਤ? ਧਰਮ ਦੇ ਬਾਰੇ ਮੈਂ ਜਾਣੀ ਪ੍ਰੋਗਰੈਸਿਵ ਖਿਆਲਾਂ ਦਾ ਹੈਗਾ ਆ। ਉੱਥੇ ਇੰਡੀਆ ਦੇ ਵਿੱਚ ਵੀ ਵਰਕਰ ਰਿਹਾ ਮੈਂ ਕਮਿਊਨਿਸਟ ਪਾਰਟੀ ਦਾ, ਤੇ ਇੱਥੇ ਵੀ ਤਕਰੀਬਨ ਇੱਧਰ ਨੂੰ ਚੱਲ ਰਿਹਾ ਕੰਮ। ਧਰਮ ਦੇ ਬਾਰੇ ਮੈਂ ਬਹੁਤ ਡੀਪ ਨਹੀਂ ਹੈਗਾ। ਮਤਲਬ ਤੁਸੀਂ ਆਪਣੇ ਟੈਂਪਲ ਵਗੈਰਾ ਜਾਂਦੇ ਹੋਵੋਗੇ? ਜਾਂਦੇ ਆ, ਲੇਕਿਨ ਉਹ ਨਹੀਂ ਜਿਹੜੇ ਕਿ ਵਹਿਮ ਵੂਮ ਹੈਗੇ ਆ ਜੀ, ਆ ਇੱਦਾਂ ਹੁੰਦਾ, ਇਹਨਾਂ ਵਹਿਮਾਂ ਤੋਂ ਮੈਂ ਆਜ਼ਾਦ ਹਾਂ। ਮਤਲਬ ਉਸ ਵਕਤ ਤੁਹਾਡੇ ਆਪਣੇ ਗੁਰਦੁਆਰੇ ਵਗੈਰਾ ਮਤਲਬ ਹੁੰਦੇ ਸੀ ਜ਼ਿਆਦਾ, ਜਾਂ ਕਿਸ ਤਰ੍ਹਾਂ? ਬਹੁਤ ਘੱਟ ਸੀ ਉਸ ਵੇਲੇ। ਤੇ ਇੱਕ ਗੁਰਦੁਆਰਾ ਪਹਿਲਾਂ ਸੀਗਾ ਕੋਈ YMC ਹਾਲ ਦੇ ਵਿੱਚ ਬਣਾਇਆ ਸੀਗਾ, ਕੁਛ ਬੰਦਿਆਂ ਨੇ ਮਿਲ ਮੁਲ ਕੇ। ਇੱਥੇ ਪਹਿਲਾਂ ਹੀ ਸੀਗਾ ਉਹ, ਉਦੋਂ ਬੰਦੇ ਵੀ ਬਹੁਤ ਘੱਟ ਸੀਗੇ। ਗੁਰਦੁਆਰਾ ਵੀ ਮੇਰਾ ਖਿਆਲ ਆ ਉਹ ਕੋਈ 57 ਦੇ ਵਿੱਚ ਸ਼ਾਇਦ ਬਣਿਆ। ਤੇ ਉਹਨਾਂ ਦਿਨਾਂ ਦੇ ਵਿੱਚ ਵਿਆਹਾਂ ਸ਼ਾਦੀਆਂ ਦੀ ਬੜੀ ਪ੍ਰੋਬਲਮ ਹੁੰਦੀ ਸੀਗੀ। ਜਿਹੜੇ ਨਵੇਂ ਕੋਈ ਥੋੜ੍ਹੇ ਬਹੁਤ ਵਿਆਹ ਹੁੰਦੇ ਸੀ ਨਾ, ਗੁਰਦੁਆਰਾ ਕੋਈ ਨਹੀਂ ਸੀ ਹੁੰਦਾ ਹੈਗਾ। ਕੁਛ ਸੀਗੇ ਬੰਦੇ ਜਿਹੜੇ ਆਏ, ਉਹਨਾਂ ਨੇ ਘਰ ਦੇ ਵਿੱਚ ਗ੍ਰੰਥ ਸਾਹਿਬ ਰੱਖਿਆ ਹੋਇਆ ਸੀਗਾ, ਤੇ ਉੱਥੇ ਹੀ ਲਾਵਾਂ ਉਹਨਾਂ ਨੂੰ ਪੜ੍ਹਨੀਆਂ, ਤੇ ਨਾ ਲਾਵਾਂ ਪੜ੍ਹਨ ਨੂੰ ਕੋਈ ਭਾਈ ਮਿਲਦਾ ਸੀਗਾ। ਤੇ ਇੱਥੇ ਤੱਕ ਵੀ ਗ੍ਰੰਥ ਸਾਹਿਬ ਉਸ ਵੇਲੇ ਬੜੇ ਘੱਟ ਸੀਗੇ। ਮੈਨੂੰ ਇੱਕ ਯਾਦ ਹੈ, ਕੋਈ ਮੇਰੇ ਦੋਸਤ ਸੀਗੇ, ਉਹਨਾਂ ਦੇ ਲੜਕੀ ਦਾ ਵਿਆਹ ਸੀਗਾ, ਤੇ ਉਹਨਾਂ ਨੂੰ ਕੋਈ ਬੰਦਾ ਨਾ ਸੀ ਮਿਲ ਰਿਹਾ ਹੈਗਾ। ਤੇ ਮੈਨੂੰ ਕਹਿੰਦੇ ਵੀ ਤੂੰ ਲਾਵਾਂ ਪੜ੍ਹ ਦੇ, ਤੇ ਇੱਥੋਂ ਜਾ ਕੇ ਕਿਸੇ ਪਾਸੇ ਸੀਗਾ, ਸਮੈਰਿਕ ਸੀਗਾ, ਪਤਾ ਨਹੀਂ ਕਿੱਥੇ ਸੀਗਾ, ਮੈਨੂੰ ਹੁਣ ਯਾਦ ਨਹੀਂ ਪੂਰਾ ਹੈਗਾ, ਕਿਸੇ ਹੋਰ ਟਾਊਨ ਦੇ ਵਿੱਚ ਸੀਗਾ। ਤੇ ਮੈਂ ਫਿਰ ਉਹ ਇਨਕਾਰ ਕਰਤਾ ਸੀ, ਮੈਂ ਕਿਹਾ ਮੈਂ ਇਹ ਕੰਮ ਨਹੀਂ ਕਰਨਾ ਹੈਗਾ। ਤੇ ਆਪਣੇ ਜਿਹੜੇ ਧਾਰਮਿਕ ਤਿਉਹਾਰ ਵਗੈਰਾ ਹੁੰਦੇ ਸੀ, ਮਤਲਬ ਉਹ ਕਿਸ ਤਰ੍ਹਾਂ ਦੇ ਨਾਲ ਮਨਾਏ? ਤਕਰੀਬਨ ਜਿਸ ਤਰ੍ਹਾਂ ਹੋਲੀ ਹੈ, ਦੀਵਾਲੀ ਹੈ, ਉਹ ਚੰਦ ਇੱਕ ਬੰਦੇ ਜਿੰਨੇ ਸੀਗੇ ਗਰੁੱਪ ਮਿਲ ਕੇ ਮਨਾ ਲੈਂਦੇ ਸੀਗੇ।
ਤੇ ਬਹੁਤ ਵੱਜ ਗੱਜ ਕੇ ਨਹੀਂ ਸੀ ਹੈਗਾ ਉਸ ਵੇਲੇ। ਹੁਣ ਤਾਂ ਹਾਲਤ ਹੀ ਬਦਲ ਚੁੱਕੇ ਬਹੁਤ। ਹਾਂਜੀ ਇਹ ਪਹਿਲੀਆਂ ਗੱਲਾਂ ਆ ਜਿਹੜੀਆਂ ਕਿ ਬਾਹਰ ਤੋਂ ਪਹਿਲਾਂ ਜ਼ਿਆਦਾ ਫਿਰ ਜਿਹੜੇ ਆਪਣੇ ਲੋਕ ਹੋਇਆ ਇਹ ਜਿਹੜਾ ਬਾਹਰ ਦਾ ਐਮੀਗ੍ਰੇਸ਼ਨ ਲਾ ਬਣਿਆ ਹੈਗਾ ਹਾਂਜੀ ਤੇ ਉਹਦੇ ਵਿੱਚ ਆਏ ਆ। ਉਹ ਤੋਂ ਬਾਅਦ ਫਿਰ ਬਹੁਤ ਆ ਗਿਆ ਟੀਚਰ ਵਗੈਰਾ, ਬਾਕੀ ਰਿਟਾਇਰ ਫੌਜੀ, ਉਹ ਬਾਹਰ ਤੋਂ ਬਾਅਦ ਆਉਂਦੇ ਆ। ਤੇ ਤੁਹਾਡੇ ਜਿਹੜਾ ਪਰਿਵਾਰ ਸੀਗਾ, ਮਤਲਬ ਤੁਹਾਡੀ ਵਾਈਫ ਜਾਂ ਬੱਚੇ, ਉਹ ਇਸ ਵਕਤ ਤੱਕ ਇੰਡੀਆ ਵਿੱਚ ਸੀਗੇ ਤੇ ਉਹ ਕਦੋਂ ਵਿੱਚ? ਇੰਡੀਆ ਸੀਗੇ, ਉਹ ਬਹੁਤ ਦੇਰ ਨਾਲ ਆਏ ਆ। ਉਹ ਕੁਛ ਇਸ ਤਰ੍ਹਾਂ ਦਾ ਸੀਗਾ ਮੇਰਾ ਪ੍ਰੋਗਰਾਮ ਵੀ ਮੈਂ ਚਾਹੁੰਦਾ ਸੀਗਾ ਵੀ ਇੱਥੋਂ ਕੁਛ ਪੈਸੇ ਕਮਾ ਕੇ ਹਾਂਜੀ ਤੇ ਉੱਥੇ ਜਾ ਕੇ ਕੋਈ ਕੰਮ ਆਪਣਾ ਕਰਾਂ ਤੇ ਠੀਕ ਹੈ, ਜਿੱਦਾਂ ਕਿ ਪਹਿਲਾ ਪ੍ਰੋਗਰਾਮ ਸੀ। ਹਾਂਜੀ ਤੇ ਇਹ ਫਿਰ ਸਕੀਮ ਜਿਹੜੀ ਸੀ ਕੋਈ ਕਾਮਯਾਬ ਨਹੀਂ ਹੋਈ ਹਾਂਜੀ ਤੇ ਇਹਨਾਂ ਨੂੰ ਫਿਰ 81 ਦੇ ਵਿੱਚ ਮੈਨੂੰ ਮੁਕਾਉਣਾ ਪਿਆ। ਜੀ ਨਹੀਂ ਤੇ ਮੈਂ ਚਲੇ ਜਾਂਦਾ ਸੀਗਾ 2 ਸਾਲ ਉੱਧਰ ਰਹਿ ਕੇ ਫਿਰ ਵਾਪਸ ਆ ਜਾਣਾ। ਕੋਈ ਇੱਦਾਂ ਦਾ ਸਿਸਟਮ ਰਿਹਾ। ਤੇ ਕਿੰਨੇ ਵੱਡੇ ਬੱਚੇ ਸੀ ਤੁਹਾਡੇ ਜਦੋਂ ਮਤਲਬ ਇੰਡੀਆ ਦੇ ਵਿੱਚੋਂ? 2 ਪਹਿਲੇ ਵੱਡੀਆਂ 2 ਲੜਕੀਆਂ ਸੀਆਂ ਹਾਂਜੀ ਤੇ ਉਹ ਤੋਂ ਬਾਅਦ ਫਿਰ ਇੱਕ ਲੜਕੀ, ਜਿਸ ਵੇਲੇ ਮੈਂ ਇੱਥੋਂ ਵਾਪਸ ਜਾਣਾ ਹੈ, ਲੜਕਾ ਹੋਇਆ 2 ਸਾਲ ਉੱਥੇ ਰਿਹਾ ਸੀ ਤੇ ਉਹ ਤੋਂ ਬਾਅਦ ਫਿਰ 2 ਲੜਕੇ ਫਿਰ ਹੋਏ। ਅੱਛਾ ਹੁਣ ਇਸ ਵੇਲੇ 3 ਲੜਕੀਆਂ 3 ਲੜਕੇ ਆ। ਤੇ ਸਾਰੇ ਸ਼ਾਦੀशुदा ਨੇ ਇਸ ਵਕਤ? ਹਾਂ, ਸਾਰੇ ਸ਼ਾਦੀशुदा। ਤੇ ਜਦੋਂ ਬੱਚੇ ਤੁਹਾਡੇ ਇੱਥੇ ਆਏ ਤੇ ਮਤਲਬ ਉਹਨਾਂ ਨੂੰ ਮੰਗਾਉਣ ਦੇ ਵਿੱਚ ਤੁਹਾਨੂੰ ਕੋਈ ਤਕਲੀਫ ਹੋਈ, ਕੋਈ ਇਮੀਗ੍ਰੇਸ਼ਨ ਦੇ ਵਿੱਚ? ਦੇਖੋ ਵੀ ਹੁਣ ਇਸ ਵੇਲੇ ਫੈਮਿਲੀ ਡਿਵਾਈਡ ਹੈ। ਹਾਂਜੀ 3 ਬੱਚੇ ਮੇਰੇ ਜਿਹੜੇ ਹੈਗੇ ਆ ਬੜੇ, ਉਹ ਇੰਡੀਆ ਦੇ ਵਿੱਚ ਹੈ, 3 ਇੱਥੇ ਆ। ਅੱਛਾ ਜੀ ਸਾਰਿਆਂ ਤੋਂ ਛੋਟਾ ਇਹ ਹੈ। ਹਾਂਜੀ। ਤੇ ਇਹ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡਾ ਸਭ ਤੋਂ ਛੋਟਾ ਜਿਹਾ ਲੜਕਾ ਹੈ ਤੇ ਜਦੋਂ ਇਹ ਸਕੂਲ ਦੇ ਵਿੱਚ ਗਿਆ ਤੇ ਮਤਲਬ ਇੱਥੇ ਆ ਕੇ ਇਹਨੂੰ ਕਿਸ ਤਰ੍ਹਾਂ ਮਤਲਬ ਮਹਿਸੂਸ ਹੋਇਆ? ਇਹ ਕਿੰਨੇ ਸਾਲ ਦਾ ਸੀ ਉਦੋਂ? ਇਹ ਉਸ ਵੇਲੇ 12 ਸਾਲ ਦਾ ਸੀ। ਠੀਕ ਹੀ ਰਿਹਾ ਹੈ, ਸਕੂਲ ਦੇ ਵਿੱਚ ਜਾਂਦਾ ਰਿਹਾ ਹੈ ਤੇ 16 ਸਾਲ ਦੀ ਉਮਰ ਦੇ ਵਿੱਚ ਫਿਰ ਸਕੂਲੋਂ ਹਟ ਗਿਆ ਸੀ। ਮਕੈਨਿਕ ਲੈਂਡ ਦੇ ਵਿੱਚ ਪੈ ਗਿਆ। ਅੱਛਾ ਜੀ ਹੁਣ ਕੰਮ ਕਰ ਰਿਹਾ। ਅੱਛਾ ਜੀ। ਤੇ ਮਤਲਬ ਟੀਚਰਸ ਦੇ ਨਾਲ ਤੁਹਾਨੂੰ ਕਦੀ ਉਹਨਾਂ ਦੇ ਨਾਲ ਮਿਲਣ ਵਾਸਤੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਤਕਲੀਫ ਹੋਈ ਕਿ ਇੰਗਲਿਸ਼ ਦੀ ਵਜ੍ਹਾ ਦੇ ਨਾਲ ਜਾਂ ਮਤਲਬ ਕਿ ਉਹਨਾਂ ਦੇ ਵਰਤਾਓ ਦੀ ਵਜ੍ਹਾ ਦੇ ਨਾਲ? ਜਿਹੜੇ ਬੱਚੇ ਆ ਹਾਂਜੀ ਇੱਥੇ ਦੇ ਜਾਂ ਉੱਥੇ ਦੇ? ਇੱਥੇ ਜਦੋਂ ਤੁਸੀਂ ਆ ਗਏ? ਇੱਥੇ ਦੇ ਬੱਚੇ ਤੇ ਸਾਰੇ ਠੀਕ ਠਾਕ ਹੈ, ਹਾਂਜੀ ਲੇਕਿਨ ਉੱਥੇ ਤਾਂ ਬੜਾ ਲੜਕਾ ਜਿਹੜਾ ਹੈਗਾ ਉਹ ਕੁਛ ਇਸ ਤਰ੍ਹਾਂ ਹੀ ਰਿਹਾ ਹੈਗਾ ਆ। ਜਿਸ ਵੇਲੇ ਇੱਥੇ ਆਉਣ ਲਈ ਉਹ ਆ ਰਿਹਾ ਸੀਗਾ, ਕੋਸ਼ਿਸ਼ ਕਰ ਰਿਹਾ ਸੀਗਾ ਤੇ ਉਦੋਂ ਵੀ ਕੁਛ ਬਿਆਨ ਉਹਨੇ ਗਲਤ ਦਿੱਤੇ ਤੇ ਆਦਤ ਕੁਛ ਇਹੋ ਜਿਹੀ ਉਹਦੀ ਵਿਗੜੀ ਕਿ ਉਹ ਸ਼ਰਾਬ ਜ਼ਰੂਰ ਵੀ ਪੀਂਦਾ ਹੈਗਾ। ਕੋਈ ਇੰਨੀ ਵਧੀਆ ਨਹੀਂ ਹੈਗੀ ਉਹਦੀ ਲਾਈਫ ਜਿਹੜੀ। ਤੇ ਫਿਰ ਉਹਦਾ ਵਿਆਹ ਜਿਹੜਾ ਹੋਇਆ ਉਹ ਵੀ ਇਹੋ ਜਿਹੇ ਘਰ ਦੇ ਵਿੱਚ ਹੋਇਆ ਵੀ ਉਹ ਵੀ ਲਾਲਚੀ ਕਿਸਮ ਦੇ ਬੰਦੇ ਸੀਗੇ ਤੇ ਇਹੋ ਜਿਹਾ ਬਸ ਸਿਸਟਮ ਰਿਹਾ ਹੈਗਾ। ਤੇ ਤੁਹਾਡੀ ਪਤਨੀ ਨੇ ਤੁਹਾਡਾ ਕਿੰਨਾ ਕੁ ਸਾਥ ਦਿੱਤਾ? ਤੁਹਾਡਾ ਕੀ ਖਿਆਲ ਹੈ ਕਿ ਔਰਤਾਂ ਜਿਹੜੀਆਂ ਹੈ ਆਪਣੀ ਸੋਸਾਇਟੀ ਦੇ ਵਿੱਚ? ਸਾਥ ਸਹੀ ਦੇ ਰਹੀ ਹੈ, ਠੀਕ ਠਾਕ ਹੈ ਸਾਰੀ ਤਰ੍ਹਾਂ ਨਾਲ। ਤੇ ਬਾਕੀ ਤੁਸੀਂ ਇਹ ਦੱਸੋ ਕਿ ਤੁਸੀਂ ਜੋ ਸੋਚਿਆ ਸੀ ਬੱਚਿਆਂ ਦੇ ਵਾਸਤੇ ਉਹ ਨਹੀਂ, ਕਿ ਬੈਟਰ ਲਾਈਫ ਵਾਸਤੇ, ਇਹਨਾਂ ਦੀ ਬੈਟਰ ਲਾਈਫ ਜਾਂ ਆਪਣੀ ਬੈਟਰ ਲਾਈਫ, ਜੋ ਤੁਸੀਂ ਉਮੀਦ ਕੀਤੀ ਸੀ ਉਹ ਉਮੀਦ ਤੁਹਾਡੀ ਪੂਰੀ ਹੋਈ? ਉਹ ਨਹੀਂ ਹੋਈ ਹੈਗੀ। ਜਿਸ ਤਰ੍ਹਾਂ ਸੋਚਦਾ ਆਦਮੀ ਉਹ ਹਰ ਗੱਲ ਉਹ ਬਣਦੀ ਨਹੀਂ ਹੈਗੀ ਹਾਂਜੀ ਤੇ ਉਹ ਜਿਹੜੀ ਜਿਸ ਤਰ੍ਹਾਂ ਮੈਂ ਸੋਚਦਾ ਸੀ ਉੱਦਾਂ ਗੱਲ ਕੋਈ ਵੀ ਨਹੀਂ ਬਣੀ ਹੈਗੀ। ਵੈਸੇ ਇੰਨਾ ਹੈਗਾ ਕਿ ਇੱਥੇ ਇਹ ਬੱਚੇ ਜਿਹੜੇ ਹੈਗੇ ਆ, ਲੜਕੀ ਹੈ ਬੜੀ, ਉੱਥੇ MA ਕੀਤੀ ਸੀ ਉਹਨੇ ਹਾਂਜੀ ਲੁਧਿਆਣੇ, ਜੀ ਤੇ ਦੂਸਰੇ ਲੜਕੇ ਆ 2 ਬਹੁਤ ਠੀਕ ਹੈ। ਹਾਂਜੀ ਤੇ ਜਿਹੜੀ ਇਹ ਲੜਕੀ ਦਾ ਹਸਬੈਂਡ ਆ ਉਹ MA ਆ ਲੜਕਾ, ਹਾਂਜੀ ਉਹ ਬਾਅਦ ਦੇ ਵਿੱਚ ਇੱਥੇ ਆਇਆ ਹੈਗਾ। ਉੱਥੇ ਜਾ ਕੇ ਵਿਆਹ ਕੀਤਾ ਲੜਕੀ ਦਾ ਫਿਰ ਦੁਬਾਰੇ ਮੈਂ। ਤੇ ਇਹ ਸਾਰੇ ਠੀਕ ਹੈ, ਨੂੰਹਾਂ ਮੇਰੀਆਂ ਵੀ ਠੀਕ ਹੈ, ਪੜ੍ਹੀਆਂ ਲਿਖੀਆਂ ਨੇ ਤੇ ਲੜਕੇ ਵੀ ਠੀਕ ਹੈ। ਹੁਣ ਇਸ ਵੇਲੇ ਅੱਛੀ ਲਾਈਫ ਹੈ ਨਾ ਸਾਰਿਆਂ ਦੀ। ਇਹ ਲੜਕੇ ਦਾ ਆਪਣਾ ਘਰ ਹੈ, ਆਪਣੇ ਘਰ ਦੇ ਵਿੱਚ ਰਹਿ ਰਿਹਾ। ਦੂਸਰਾ ਲੜਕੇ ਦਾ ਆਪਣਾ ਘਰ ਵੱਖਰਾ ਹੈ, ਉਹ ਵੱਖਰਾ ਰਹਿ ਰਿਹਾ। ਲੜਕੀ ਦਾ ਵੱਖਰਾ ਘਰ ਹੈ। ਤੇ ਇੱਕ ਲੜਕਾ ਹੈਗਾ ਇੱਥੇ ਮੇਰੇ ਕੋਲ ਆ ਜਾਂਦਾ ਹੈਗਾ, ਉਹ ਮੇਰੇ ਨਾਲ ਰਹਿੰਦਾ ਹੈ, ਬੜਾ ਜਿਹੜਾ ਇਹ ਤੋਂ ਬੜਾ ਆ। ਹਾਂਜੀ
ਤੇ ਲੜਕੀ ਇੱਥੇ ਨੇੜੇ ਰਹਿੰਦੀ ਹੈਗੀ ਹੈ, ਉਹਦੇ ਕੋਲ ਆਪਣਾ ਘਰ ਹੈ, ਸਾਰੇ ਠੀਕ ਠਾਕ ਹੈ। ਤੁਹਾਨੂੰ ਕੀ ਲੱਗਦਾ ਕਿ ਜਿਹੜੀ ਮਤਲਬ ਜਨਰੇਸ਼ਨ ਜਿਹੜੀ ਪਹਿਲਾਂ ਆਈ ਆ ਤੇ ਜਿਹੜੇ ਬੱਚੇ ਹੁਣ ਦੇ ਹੈਗੇ ਆ, ਉਹਨਾਂ ਦੇ ਮਤਲਬ ਖਿਆਲਾਤ ਜਿਹੜੇ ਹੈਗੇ ਉਹ ਕਿਸ ਤਰ੍ਹਾਂ ਦੇ ਆ, ਸਾਡੇ ਖਿਆਲਾਤ ਨਾਲ ਮਿਲਦੇ ਜਾਂ ਨਹੀਂ ਮਿਲਦੇ, ਜੀ ਕੀ ਫਰਕ ਹੈ? ਇਸ ਬਾਰੇ ਇਹੋ ਬਹੁਤ ਵੱਡਾ ਕੁਐਸਚਨ ਹੈ ਹਾਂਜੀ ਤੇ ਇਹਦੇ ਬਾਰੇ ਮੈਂ ਲਿਖ ਵੀ ਰਿਹਾ ਹੈਗਾ। ਤੇ ਸਾਡੇ ਟਾਈਮ ਦੇ ਵਿੱਚ ਜਿਹੜੀਆਂ ਪ੍ਰੋਬਲਮਾਂ ਸੀਗੀਆਂ ਔਰ ਜਿਸ ਤਰ੍ਹਾਂ ਅਸੀਂ ਚਾਹੁੰਦੇ ਸੀਗੇ, ਬੱਚੇ ਹੁਣ ਉੱਦਾਂ ਨਹੀਂ ਚਾਹੁੰਦੇ ਹੈਗੇ। ਤੇ ਬੱਚੇ ਅਗਲੇ ਜਿਹੜੇ ਹੁਣ ਬੱਚੇ ਜਿਸ ਤਰ੍ਹਾਂ ਸੋਚਦੇ ਹੈਗੇ ਆ, ਉਹ ਸਾਡੇ ਤੋਂ ਬਿਲਕੁਲ ਵੱਖਰਾ ਸੋਚਦੇ ਆ। ਇਹ ਨਹੀਂ ਮੈਂ ਕਹਿੰਦਾ ਕਿ ਸਾਡੀ ਸੋਚ ਦੇ ਵਿੱਚ ਟਕਰਾਅ ਆਉਂਦਾ ਆ, ਕਿਉਂਕਿ ਜਿਹੜੇ ਸਿਆਣੇ ਮਾਂ-ਬਾਪ ਹੈ ਉਹ ਬੱਚਿਆਂ ਦੀ ਜਿਹੜੀ ਮਰਜ਼ੀ ਹੈਗੀ ਹੈ ਉਹ ਉਹਨਾਂ ਨੂੰ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਅਤੇ ਇੱਥੇ ਹੁਣ ਸਾਡੇ ਲੋਕਾਂ ਦੇ ਵਿੱਚ ਜਿਹੜੇ ਨਵੇਂ ਬੱਚੇ ਹੈਗੇ ਆ, ਵਿਆਹ ਸ਼ਾਦੀਆਂ ਲਈ ਵੀ ਪ੍ਰੋਬਲਮਾਂ ਆਉਂਦੀਆਂ ਆ। ਅਤੇ ਅਸੀਂ ਜਿਹੜੇ ਪੁਰਾਣੇ ਬੰਦੇ ਹੈਗੇ ਆ, ਅਸੀਂ ਬੰਨ੍ਹਣਾ ਚਾਹੁੰਦੇ ਬੱਚਿਆਂ ਨੂੰ ਵੀ ਉਹ ਵਿਆਹ ਜਿਹੜੇ ਹੈਗੇ ਸਾਡੀ ਮਰਜ਼ੀ ਨਾਲ ਕਰਨ, ਸਾਡੇ ਜਾਤਾਂ ਦੇ ਵਿੱਚ ਕਰਨ, ਜੇ ਰਾਮਗੜੀਆਂ 'ਚ ਕਰਨ, ਜੇ ਜੱਟਾਂ 'ਚ ਕਰਨ। ਪਰ ਮੈਂ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਹੈਗਾ, ਔਰ ਮੈਂ ਇਸ ਗੱਲ ਦੇ ਵੀ ਹੱਕ ਦੇ ਵਿੱਚ ਨਹੀਂ ਕਿ ਵਿਆਹ ਸ਼ਾਦੀਆਂ ਦੇ ਉੱਪਰ ਬਹੁਤ ਵੱਡਾ ਖਰਚਾ ਕੀਤਾ ਜਾਵੇ, ਵੱਡੀਆਂ ਪਾਰਟੀਆਂ ਕੀਤੀਆਂ ਜਾਣ, ਬਹੁਤ ਲੈਣ ਦੇਣ ਕੀਤਾ ਜਾਵੇ। ਮੈਂ ਹੁਣ ਸਾਰੇ ਲੜਕੇ ਜਿਹੜੇ ਵਿਆਹੇ ਵੀ ਹੈ ਅਤੇ ਲੈਣ ਦੇਣ ਦਾ ਸਿਸਟਮ ਜਿਹੜਾ ਹੈਗਾ ਬਿਲਕੁਲ ਖਤਮ ਕੀਤਾ। ਔਰ ਮੈਂ ਇਹ ਚਾਹੁੰਦਾ ਹਾਂ ਕਿ ਆਮ ਜਿਹੜੇ ਲੋਕ ਹੈਗੇ ਉਹਨਾਂ ਨੂੰ ਕਰਨਾ ਵੀ ਚਾਹੀਦਾ ਹੈ। ਹੋਰ ਤੁਸੀਂ ਇਹ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਬੁੱਕਸ ਲਿਖੀਆਂ ਹੈਗੀਆਂ, ਰਾਈਟ, ਇਹ ਕਿਤਾਬਾਂ ਤੁਸੀਂ ਕਦੋਂ ਲਿਖਣੀਆਂ ਸ਼ੁਰੂ ਕੀਤੀਆਂ ਤੇ ਤੁਹਾਡੇ ਦਿਲ 'ਚ ਉਸ ਵਕਤ ਕੀ ਸੀ, ਕੀ ਫੀਲਿੰਗਸ ਆਈਆਂ ਕਿ ਤੁਸੀਂ ਇਹ ਲਿਖਣਾ ਸ਼ੁਰੂ ਕੀਤਾ? ਅਸਲ 'ਚ ਮੈਂ 1954 ਦੇ ਵਿੱਚ ਇੱਥੇ ਆਉਣਾ। ਹਾਂਜੀ ਗਿਆਨੀ ਮੈਂ ਕੀਤੀ ਹੈਗੀ ਆ 46 'ਚ ਲਾਹੌਰ ਯੂਨੀਵਰਸਿਟੀ ਤੋਂ, ਹਾਂਜੀ ਪਾਕਿਸਤਾਨ ਅਸੀਂ ਬਣਿਆ ਹੈਗਾ। ਜੀ ਅਤੇ 1949 ਦੇ ਵਿੱਚ ਮੈਂ ਤਕਰੀਬਨ ਹਿੰਦੁਸਤਾਨ ਦੇ ਸਾਰੇ ਮੈਗਜ਼ੀਨ ਵਗੈਰਾ ਅਤੇ ਅਖਬਾਰ ਜਿਹੜੇ ਹਫ਼ਤਾਵਾਰ ਅਖਬਾਰ ਸੀ, ਇਹਨਾਂ 'ਚ ਮੇਰੀਆਂ ਸਟੋਰੀਆਂ ਆਉਣ ਲੱਗ ਪਈਆਂ ਸੀ, ਆਰਟੀਕਲ ਸਟੋਰੀਆਂ ਆਉਂਦੀਆਂ ਸੀਆਂ। ਅਤੇ ਬਾਕੀ ਉਸ ਚੀਜ਼ ਨੂੰ ਮੈਂ ਇੱਥੇ ਵੀ ਲਿਖਦਾ ਰਿਹਾ ਹਾਂ। ਜੀ ਇਹ ਨਹੀਂ ਕਿ ਮੈਂ ਇੱਥੇ ਆਣ ਕੇ ਲਿਖਣਾ ਸ਼ੁਰੂ ਕੀਤਾ, ਮੈਂ ਉੱਥੇ ਵੀ ਲਿਖਦਾ ਸੀ। ਉੱਥੇ ਇੱਕ ਕਿਤਾਬ ਮੇਰੀ ਕੰਪਲੀਟ ਹੋ ਚੁੱਕੀ ਸੀ, ਹੰਸਾਂ ਹੱਥ ਸਨੇਹ ਨਾਂ ਦੀ ਕਿਤਾਬ ਹੈ, ਸ਼ਾਰਟ ਸਟੋਰੀ ਦੀ। ਅਤੇ ਉਸ ਤੋਂ ਬਾਅਦ ਫਿਰ ਇੱਥੇ ਆਣ ਕੇ ਮੈਂ ਲਿਖਦਾ ਰਿਹਾ ਹੈਗਾ ਇੱਥੇ ਦੀ ਲਾਈਫ। ਅਤੇ ਇੱਕ ਵੀਅਤਨਾਮ ਦੀ ਜਿਸ ਵੇਲੇ ਵਾਰ ਸੀ, ਹਾਂਜੀ ਉਦੋਂ ਵੀ ਮੈਂ ਲਹੂ ਭਿੱਜਿਆ ਬੁੱਧਾ ਨਾਂ ਦੀ ਇੱਕ ਕਿਤਾਬ ਸ਼ਾਰਟ ਸਟੋਰੀ ਲਿਖੀ ਹੈ। ਅਤੇ ਇੱਥੇ 6 ਕਿਤਾਬਾਂ ਮੈਂ ਉੱਦਾਂ ਹੁਣ ਜਿਹੜੀਆਂ ਕਿ ਛਪ ਚੁੱਕੀਆਂ ਸਾਰੀਆਂ, ਹਾਂਜੀ ਅਤੇ 2 ਕਿਤਾਬਾਂ ਦਾ ਖਰੜਾ ਹੁਣ ਤਕਰੀਬਨ ਬਣ ਚੁੱਕਿਆ ਹੈਗਾ, ਜਿਹੜਾ ਕਿ ਇਸ ਸਾਲ ਦੇ ਅਗਲੇ ਸਾਲ ਦੇ ਵਿੱਚ ਛਪ ਜਾਏਗਾ। ਤੇ ਹੋਰ ਤੁਸੀਂ ਆਪਣਾ ਜਿਹੜਾ ਫ੍ਰੀ ਟਾਈਮ ਹੈ ਉਹਦੇ ਵਿੱਚ ਤੁਸੀਂ ਕੀ ਕਰਦੇ ਹੋ? ਪੜ੍ਹਾਈ ਲਿਖਾਈ ਹੈ ਬਸ, ਹੋਰ ਤਾਂ ਕੁਛ ਨਹੀਂ। ਹਾਂਜੀ ਹੋਰ ਮਤਲਬ ਕਿਸ ਤਰ੍ਹਾਂ ਦੀ ਕੋਈ? ਹੋਰ ਜਾਂ ਕੋਈ ਫਿਲਮ ਦੇਖ ਲਈ, ਸੀਰੀਅਲ ਦੇਖ ਲਿਆ, ਹਾਂਜੀ ਇਸ ਤਰ੍ਹਾਂ ਦਾ ਹੈਗਾ। ਤੇ ਇੰਡੀਆ ਦੇ ਨਾਲ ਤੁਹਾਨੂੰ ਜਿਹੜੀ ਇੱਥੇ ਲਾਈਫ ਹੈ ਉਹ ਕਿੰਨੀ ਡਿਫਰੈਂਟ ਲੱਗ ਰਹੀ ਹੈ? ਦੇਖੋ ਵੀ ਇੰਡੀਆ ਦੀ ਜਿਹੜੀ ਲਾਈਫ ਹੈ ਨਾ, ਜੇ ਹੁਣ ਅਸੀਂ ਇੱਦਾਂ ਕੰਪੇਅਰ ਕਰੀਏ, ਬੱਚੇ ਜਿਹੜੇ ਹੈਗੇ ਆ ਇਹਦਾ ਸ਼ਾਇਦ ਲਾਈਕ ਨਾ ਕਰਨ, ਹਾਂਜੀ ਲੇਕਿਨ ਮੈਂ ਮਹਿਸੂਸ ਕਰਦਾ ਵੀ ਇੱਥੇ ਨਾ ਹਾਲੇ ਇੰਡੀਆ ਦੀ ਲਾਈਫ ਮੈਨੂੰ ਚੰਗੀ ਲੱਗਦੀ ਹੈ। ਜੀ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿ ਅਸੀਂ ਲੋਕਾਂ ਨੇ ਆਪਣੇ ਆਪ ਨੂੰ ਮਤਲਬ ਇੱਥੇ ਦੀ ਲਾਈਫ ਦੇ ਵਿੱਚ ਕਿਸ ਤਰ੍ਹਾਂ ਢਾਲਿਆ, ਜਾਂ ਅਸੀਂ ਨਾ ਲੋਕਾਂ ਕੋਲ ਕੁਝ ਸਿੱਖਿਆ, ਜਾਂ ਮਤਲਬ ਕਿੰਨਾ ਕੁ ਅਸੀਂ ਬਦਲੇ ਆ? ਕੰਮਾਂ ਕਾਰਾਂ ਦੇ ਵਿੱਚ ਤੇ ਇਸ ਤਰ੍ਹਾਂ ਹੀ ਆ ਕਿ ਉੱਥੇ ਵੀ ਸੀਗਾ, ਸਾਡੇ ਲੋਕ ਜਿਹੜੇ ਹੈਗੇ ਜਿਹੜੇ ਕੰਮਾਂ ਕਾਰਾਂ ਦੇ ਵਿੱਚ ਰੁੱਝੇ ਆ, ਕੰਮ ਤਾਂ ਜ਼ਰੂਰੀ ਹੈ। ਅਤੇ ਕੁਛ ਬੰਦੇ ਜਿਹੜੇ ਇੱਥੇ ਆਏ ਹੈਗੇ ਆ ਨਾ, ਉਹਨਾਂ ਨੇ ਹਾਰਡ ਕੰਮ ਮਹਿਸੂਸ ਕੀਤਾ ਹੈਗਾ, ਹਾਰਡ ਕੰਮ ਕੀਤਾ ਵੀ ਅਸੀਂ ਬਹੁਤ ਕੀਤਾ ਹੈਗਾ। ਅਤੇ ਕੰਮਾਂ ਕਾਰਾਂ ਦੇ ਵਿੱਚ ਤਾਂ ਤਕਰੀਬਨ ਠੀਕ ਹੀ ਰਹੇ, ਆਪਣੇ ਆਪ ਨੂੰ ਅਸੀਂ ਢਾਲਿਆ ਹੀ ਹੈ, ਹਾਰਡ ਕੰਮ ਕੀਤਾ ਹੈਗਾ। ਅਤੇ ਉਹ ਹੈਗਾ ਹੀ ਆ, ਲਾਈਫ ਦੇ ਵਿੱਚ ਕਰਨਾ ਵੀ ਚਾਹੀਦਾ ਆ, ਤਾਂ ਹੀ ਤੁਸੀਂ ਕਾਮਯਾਬ ਹੋ ਸਕਦੇ ਆ।
ਤੇ ਤੁਸੀਂ ਕੋਈ ਆਪਣੇ ਇੱਥੇ ਦੀ ਪੋਲਿਟਿਕਸ ਦੇ ਵਿੱਚ ਕੋਈ ਪਾਰਟ ਲਿਆ, ਜਾਂ ਮਤਲਬ ਤੁਸੀਂ ਇੱਥੇ ਦੀ ਗਵਰਨਮੈਂਟ ਦੇ ਬਾਰੇ 'ਚ ਕੀ ਸੋਚਦੇ ਹੋ ਕਿ ਕਿਸ ਤਰ੍ਹਾਂ ਦੀ ਗਵਰਨਮੈਂਟ ਹੈ? ਪੋਲੀਟਿਕਸ ਇੱਥੇ ਹੁਣ ਅਸੀਂ ਜ਼ਿਆਦਾਤਰ ਲੇਬਰ ਪਾਰਟੀ ਦੀ ਮਦਦ ਕਰਦੇ ਰਹੇ ਹਾਂ। ਹਾਂਜੀ। ਬਾਕੀ ਇੱਥੇ ਇੱਕ ਸਾਡੀ ਇੰਡੀਅਨਾਂ ਦੀ ਸੁਸਾਇਟੀ ਕਮਿਊਨਿਸਟ ਐਸੋਸੀਏਸ਼ਨ ਬਣੀ ਹੈ, ਹਾਂਜੀ ਅਸੀਂ ਉਹਦੇ ਮੈਂਬਰ ਹਾਂ। ਜੀ। ਖਾਸ ਕਰਕੇ ਮੈਂ, ਕੁਝ ਹੋਰ ਬੰਦੇ ਵੀ ਹੈਗੇ ਸਾਡੇ ਇੱਥੋਂ, ਅਤੇ ਲੋਕਾਂ ਦੀ ਭਲਾਈ ਲਈ, ਬਿਹਤਰੀ ਲਈ ਹਾਂਜੀ ਕੰਮ ਕਰਦੇ ਹਾਂ ਹਾਂਜੀ ਜਿੰਨਾ ਵੀ ਹੁੰਦਾ ਹੈਗਾ। ਅਤੇ ਇਹੋ ਜਿਹਾ ਹੀ ਹੈ, ਪੋਲੀਟਿਕਸ ਦੇ ਵਿੱਚ ਹਿੱਸਾ ਲੈਂਦੇ ਹੀ ਆ। ਹਾਂਜੀ। ਤੇ ਤੁਹਾਨੂੰ ਮਤਲਬ ਇੱਥੇ ਆ ਕੇ ਇਹ ਕਿਸ ਤਰ੍ਹਾਂ ਲੱਗਿਆ ਕਿ ਜਿਹੜੇ ਗੋਰੇ ਹੈਗੇ ਆ ਸਾਡੇ ਦੇ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰਦੇ ਆ, ਕਿ ਇਸ ਤਰ੍ਹਾਂ ਨਸਲੀ ਭੇਦਭਾਵ ਵਿਤਕਰਾ ਜਿਹੜਾ ਆ, ਉਹ ਕੋਈ ਇਸ ਤਰ੍ਹਾਂ ਦੀ ਐਗਜ਼ਾਮਪਲ ਤੁਹਾਡੇ ਕੋਲ ਹੈ ਕਿ ਕਦੇ ਤੁਹਾਨੂੰ ਬਹੁਤ ਜ਼ਿਆਦਾ ਮਹਿਸੂਸ ਹੋਇਆ? ਕਿਸ ਤਰ੍ਹਾਂ? ਵਿਤਕਰਾ ਤਾਂ ਹੈ ਥੋੜ੍ਹਾ ਬਹੁਤ, ਲੇਕਿਨ ਜਿਸ ਵੇਲੇ ਨਾ ਜ਼ਿਆਦਾ ਆਦਮੀ ਮਹਿਸੂਸ ਕਰਦਾ ਹੈਗਾ ਵੀ ਬਈ ਇਹ ਇੱਦਾਂ ਦਾ ਤਾਂ ਹੋਣਾ ਹੀ ਹੈ, ਕਰਨਾ ਹੀ ਇਹਨਾਂ ਨੇ, ਅਤੇ ਫਿਰ ਬਹੁਤਾ ਮਹਿਸੂਸ ਨਹੀਂ ਹੁੰਦਾ ਹੈਗਾ, ਯੂਜ਼ ਟੂ ਹੋ ਜਾਂਦਾ ਆਦਮੀ। ਹਾਂਜੀ ਅਤੇ ਵਿਤਕਰਾ ਹੈ ਕੁਛ, ਹਾਂਜੀ। ਮਤਲਬ ਕਿਹੜੀ ਕਿਹੜੀ ਜਗ੍ਹਾ ਉੱਪਰ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ? ਲੇਕਿਨ ਇਹਨਾਂ ਲੋਕਾਂ 'ਚ ਥੋੜ੍ਹਾ ਜਿਹਾ ਇੰਨਾ ਹੈਗਾ ਆ ਵੀ ਜਿਹੜਾ ਵਿਤਕਰਾ ਹੈਗਾ ਨਾ, ਹਾਂਜੀ ਉਹ ਕਰਦੇ ਹੋਏ ਵੀ ਯਾਦ ਨਹੀਂ ਹੋਣ ਦਿੰਦੇ ਹੈਗੇ। ਹਾਂਜੀ ਕੁਛ ਇਸ ਗੱਲੋਂ ਇਹ ਥੋੜ੍ਹੇ ਸਿਆਣਪ ਇਹਨਾਂ 'ਚ, ਬੁਰਾ ਮੰਨਦੇ ਹੋਏ ਵੀ ਹਾਂਜੀ। ਬੁਰਾ ਕਹਿੰਦੇ ਨਹੀਂ ਹੈਗੇ। ਤੇ ਤੁਹਾਨੂੰ ਲੱਗਦਾ ਹੈ ਕਿ ਇੱਥੇ ਆ ਕੇ ਤੁਹਾਡੀ ਲਾਈਫ ਜਿਹੜੀ ਹੈ ਉਹ ਬੈਟਰ ਹੋਈ ਹੈ? ਤੁਹਾਡਾ ਜਿਹੜਾ ਡ੍ਰੀਮ ਹੈ ਮਤਲਬ ਉਹ ਪੂਰਾ ਹੋ ਗਿਆ? ਜੋ ਵੀ ਸੁਪਨਾ ਤੁਸੀਂ ਲਿਆ ਸੀ ਕਿ ਮੈਂ ਆਪਣੀ ਲਾਈਫ ਜੋ ਹੈ ਜਾ ਕੇ ਬੈਟਰ ਕਰਨੀ ਹੈ? ਇੱਥੇ ਮਤਲਬ ਠੀਕ ਹੀ ਰਹੇ ਹਾਂ ਜਿਸ ਤਰ੍ਹਾਂ ਵੀ ਰਹੇ ਹਾਂ, ਅਤੇ ਸੁਪਨੇ ਜਿਹੜੇ ਹੈਗੇ ਉਹ ਪੂਰੇ ਨਹੀਂ ਹੁੰਦੇ ਹੈਗੇ ਇਨਸਾਨ ਦੇ, ਜਿੱਦਾਂ ਸੋਚਦਾ ਹੈਗਾ ਉੱਦਾਂ ਨਹੀਂ ਬਣਦਾ ਹੈਗਾ। ਅਤੇ ਇੱਥੇ ਦੀ ਲਾਈਫ ਜੇ ਹੁਣ ਆਪਣੇ ਮੈਂ ਭਰਾਵਾਂ ਨਾਲ ਜਾਂ ਇਹਨਾਂ ਦੇ ਦੂਸਰੇ ਭਰਾ ਆ ਜਿਹੜੇ ਭਤੀਜੇ ਆ ਮੇਰੇ, ਹਾਂਜੀ ਉਹਨਾਂ ਨਾਲ ਕੰਪੇਅਰ ਕਰੀਏ ਤਾਂ ਉਹ ਕੋਈ ਫਰਕ ਨਹੀਂ ਹੈਗਾ। ਹਾਂਜੀ ਉੱਥੇ ਰਹਿੰਦੇ ਹੋਏ ਵੀ ਉਹ ਬੈਟਰ ਹੈ, ਉਹ ਵੀ ਹਾਂਜੀ ਇੰਨਾ ਨਹੀਂ ਕੋਈ ਖਾਸ ਨਹੀਂ ਹੈਗਾ, ਪਰ ਫਿਰ ਵੀ ਠੀਕ ਠੀਕ ਹੀ ਆ, ਜਾਣੀ ਬਰਾਬਰ ਬਰਾਬਰ ਜਿਹਾ ਚੱਲ ਰਿਹਾ ਸਿਸਟਮ। ਤੁਹਾਨੂੰ ਕੋਈ ਇਸ ਤਰ੍ਹਾਂ ਦਾ ਪਛਤਾਵਾ ਹੈ ਕਿ ਆਪਣਾ ਦੇਸ਼ ਛੱਡਣ ਦੇ ਬਾਅਦ, ਮਤਲਬ ਕਿ ਤੁਸੀਂ ਆਪਣਾ ਦੇਸ਼ ਛੱਡਿਆ ਤੇ ਕੀ ਫੀਲ ਹੁੰਦਾ ਉਹਦੇ ਵਿੱਚ? ਕੋਈ ਚੀਜ਼ ਕਹਿੰਦੇ ਨਾ ਕਿ ਇਹ ਅਗਰ ਮੈਂ ਇਸ ਤਰ੍ਹਾਂ ਨਹੀਂ ਕੀਤਾ ਹੁੰਦਾ ਤੇ ਇਹ ਹੁੰਦਾ, ਕੋਈ ਚੀਜ਼ ਇਸ ਤਰ੍ਹਾਂ ਦੀ ਹੈ ਤੁਸੀਂ ਮਿਸ ਕਰਦੇ ਹੋ ਜਿਸ ਚੀਜ਼ ਦਾ ਪਛਤਾਵਾ ਤੁਹਾਨੂੰ? ਕਈ ਗੱਲਾਂ ਆਦਮੀ ਜਿਹੜੀਆਂ ਸੋਚਦਾ ਨਹੀਂ ਹੁੰਦੀਆਂ ਹੈਗੀਆਂ, ਉਹਨਾਂ ਦਾ ਪਛਤਾਵਾ ਵੀ ਹੁੰਦਾ ਹੈਗਾ। ਅਤੇ ਹੁਣ ਜਿਸ ਤਰ੍ਹਾਂ ਕਿ ਮੈਂ ਸੋਚਦਾ ਸੀ ਵੀ ਇੱਥੋਂ ਕੁਛ ਪੈਸੇ ਕਮਾ ਕੇ ਉੱਥੇ ਸੈਟਲ ਹੋਵਾਂਗੇ, ਉਹ ਗੱਲ ਨਹੀਂ ਬਣ ਸਕੀ। ਅਤੇ ਇੱਦਾਂ ਹੋਰ ਵੀ ਕਈ ਗੱਲਾਂ ਹੈਗੀਆਂ, ਅਤੇ ਕੋਈ ਪਛਤਾਵਾ ਖਾਸ ਨਹੀਂ ਹੈਗਾ, ਠੀਕ ਹੈ ਜਿਸ ਤਰ੍ਹਾਂ ਹੈ। ਤੇ ਤੁਸੀਂ ਸੋਚਦੇ ਹੋ ਕਿ ਤੁਸੀਂ ਜੋ ਵੀ ਮਤਲਬ ਪ੍ਰਾਪਤੀ ਕਰਨੀ ਸੀ, ਜੋ ਦਿਲ 'ਚ ਸੋਚਿਆ ਸੀ, ਉਹ ਤੁਹਾਡੀ ਅਚੀਵਮੈਂਟ ਜਿਹੜੀ ਹੈ ਉਹ ਪੂਰੀ ਹੋਈ ਹੈ ਇੱਥੇ? ਠੀਕ ਹੀ ਹੈ, ਇਹ ਨਹੀਂ ਕਿਹਾ ਜਾ ਸਕਦਾ। ਹਾਂਜੀ। ਅੱਛਾ ਇਸ ਮਾਮਲੇ 'ਚ ਸੈਟਿਸਫਾਈ ਨਹੀਂ ਹੈਗਾ ਮੈਂ ਕਿ ਹਰ ਇੱਕ ਚੀਜ਼ ਪੂਰੀ ਹੋ ਗਈ ਹੈ। ਜੀ। ਅਤੇ ਮੈਂ ਇਹ ਵੀ ਸਮਝਦਾ ਹੈਗਾ ਕਿ ਹਰ ਆਦਮੀ ਉਹ ਆਪਣੀ ਜਿਹੜੀ ਮੰਜ਼ਿਲ ਹੈ ਨਾ, ਹਾਂਜੀ ਉਹ ਅਧੂਰੀ ਰਹਿੰਦੀ ਹੈ। ਜੀ। ਕੋਈ ਆਦਮੀ ਹੋਊਗਾ ਜਿਹੜਾ ਆਪਣੀ ਮੰਜ਼ਿਲ ਪੂਰੀ ਪਾ ਲਏਗਾ। ਪੂਰੀ ਹੁੰਦੀ ਹੈ। ਤੇ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਵੁਲਵਰਹੈਂਪਟਨ 'ਚ ਸੈੱਟ ਹੋ ਗਏ ਤੇ ਮਤਲਬ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਿ ਕਿੰਨੀਆਂ ਕੁ ਤਬਦੀਲੀਆਂ ਆਈਆਂ ਵੁਲਵਰਹੈਂਪਟਨ ਦੇ ਵਿੱਚ ਜਦ ਤੁਸੀਂ ਇੱਥੇ ਆਏ? ਬਹੁਤ ਤਬਦੀਲੀਆਂ ਆਈਆਂ, ਬਹੁਤ ਜ਼ਿਆਦਾ। ਇਹ ਜਿਹੜਾ ਰਿੰਗ ਰੋਡ ਬਣਿਆ ਸਾਡੇ ਆਉਣੇ ਤੋਂ ਬਾਅਦ ਬਣਿਆ, ਇਹ ਹਾਂਜੀ ਪਹਿਲਾਂ ਹੈ ਹੀ ਨਾ ਸੀ। ਜੀ ਇਹ ਟਾਊਨ ਇੱਕ ਛੋਟਾ ਜਿਹਾ ਟਾਊਨ ਸੀਗਾ, ਹਾਂਜੀ ਹੁਣ ਇਹਦੀ ਆਬਾਦੀ ਬਹੁਤ ਹੀ ਵਧੀ ਹੈ ਪਹਿਲਾਂ ਨਾਲੋਂ। ਜੀ ਇੱਥੇ ਅੱਗੇ ਇੰਡੀਅਨ ਜਿਹੜੇ ਸੀਗੇ, ਜਿਹੜੇ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਕਿ 90 ਬੰਦੇ 90-95 ਸੀਗੇ, ਅਤੇ ਇਸ ਵੇਲੇ ਕੋਈ ਅੰਦਾਜ਼ਾ ਹੀ ਨਹੀਂ ਹੈਗਾ, ਮੈਨੂੰ ਨਹੀਂ ਯਾਦ ਹੈਗਾ ਕਿੰਨੇ ਬੰਦੇ ਹੋਣਗੇ। ਜੀ। ਬਹੁਤ ਆਬਾਦੀ ਵਧੀ ਹੈ। ਤੇ ਆਪਾਂ ਨੂੰ ਕੀ ਲੱਗਦਾ ਕਿ ਤੁਸੀਂ ਇਸ ਸੁਸਾਇਟੀ ਨੂੰ ਇੰਡੀਆ ਤੋਂ ਆ ਕੇ ਅਸੀਂ ਇਹਨਾਂ ਨੂੰ ਕੀ ਦਿੱਤਾ? ਮਤਲਬ ਸਾਡੀ ਵੀ ਕੰਟਰੀਬਿਊਸ਼ਨ ਹੈਗੀ ਹੈ? ਹਾਂ, ਇਹਨਾਂ ਨੂੰ ਅਸੀਂ ਇਹਨਾਂ ਦੀ ਹਰ ਇੱਕ ਕੰਮ ਦੇ ਵਿੱਚ ਅਸੀਂ
ਪੂਰੀ ਹੈਲਪ ਕੀਤੀ ਹੈ ਹਾਂਜੀ ਔਰ ਅਸੀਂ ਇੱਥੇ ਪ੍ਰਾਊਡ ਹਾਂ ਜੀ ਕਿ ਅਸੀਂ ਇੱਥੇ ਆਣ ਕੇ ਇਸ ਮੁਲਕ ਦੇ ਲਈ ਕੁਛ ਕੀਤਾ ਹੈ ਔਰ ਇਸ ਮੁਲਕ ਨੂੰ ਅਸੀਂ ਆਪਣੇ ਮੁਲਕ ਨਾਲੋਂ ਵੀ ਜ਼ਿਆਦਾ ਸਹੂਲਤਾਂ ਲਈਆਂ ਸਾਤੋਂ ਇਹਨਾਂ ਨੇ ਹਾਰਡ ਕੰਮ ਕੀਤਾ ਇਸ ਮੁਲਕ ਦੇ ਲਈ ਬਹੁਤ ਕੁਛ ਕੀਤਾ ਅਸੀਂ ਆਮ ਜਿਹੜਾ ਕਿ ਇੱਕ ਸ਼ਹਿਰੀ ਦਾ ਫਰਜ਼ ਹੁੰਦਾ ਆ ਉਹ ਫਰਜ਼ ਅਸੀਂ ਪੂਰਾ ਨਿਭਾਇਆ ਹੈਗਾ ਹਾਂਜੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਮਤਲਬ ਇਸੇ ਸ਼ਹਿਰ ਨੂੰ ਜਾਂ ਇਸ ਦੇਸ਼ ਨੂੰ ਬਿਲੋਂਗ ਕਰਦੇ ਆ ਸਾਡਾ ਜੋ ਹਾਂ ਹੈ ਹੈ ਜੀ ਕਿ ਬਿਲਕੁਲ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਸਾਡਾ ਘਰ ਇਹੀ ਹੈ ਸਾਡਾ ਇਹੋ ਘਰ ਹੈ ਬਿਲਕੁਲ ਤੇ ਕਦੀ ਇਹ ਦਿਮਾਗ ਵਿੱਚ ਆਉਂਦੀ ਹੈ ਗੱਲ ਕਿ ਕਦੀ ਤੁਸੀਂ ਚਾਹੁੰਦੇ ਹੋ ਕਿ ਵੀ ਮੈਂ ਆਪਣੇ ਦੇਸ਼ ਵਿੱਚ ਵਾਪਸ ਜਾਣੇ ਦਾ ਮਤਲਬ ਹੋਰ ਹੈ ਲੇਕਿਨ ਜਿਹੜੀਆਂ ਹੁਣ ਇੱਥੇ ਜਿਹੜਾ ਸਾਡੇ ਘਰ ਆ ਰਹਿਣਾ ਬਹਿਣਾ ਆ ਰੁਜ਼ਗਾਰ ਹੈ ਬੱਚੇ ਹੈ ਤੇ ਉਹਨਾਂ ਨੂੰ ਛੱਡ ਕੇ ਜਾਣਾ ਬੜਾ ਮੁਸ਼ਕਲ ਹੋ ਜਾਂਦਾ ਫਿਰ ਕਿਉਂਕਿ ਇਹ ਕੁਝ ਜ਼ਰੀਏ ਬਣ ਚੁੱਕੇ ਆ ਜਿਹੜੇ ਕਿ ਮਜਬੂਰਨ ਸਾਨੂੰ ਇੱਥੇ ਰਹਿਣਾ ਪੈ ਰਿਹਾ ਬਾਕੀ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਸੋਚਦੇ ਹਾਂ ਕਿ ਜਦੋਂ ਅਸੀਂ ਪਹਿਲਾਂ ਆਏ ਤੇ ਉਸ ਵਕਤ ਗੋਰਿਆਂ ਦਾ ਵਰਤਾਓ ਸਾਡੇ ਨਾਲ ਕਿਸ ਤਰ੍ਹਾਂ ਸੀ ਤੇ ਹੁਣ ਮਤਲਬ ਕਿਸ ਤਰ੍ਹਾਂ ਤੁਹਾਨੂੰ ਕੁਝ ਫਰਕ ਲੱਗਦਾ ਕਿ ਉਸ ਤੋਂ ਜਿਹੜੀ ਰਿਲੇਸ਼ਨਸ਼ਿਪ ਹੈ ਉਹ ਥੋੜੀ ਬੈਟਰ ਹੋ ਰਹੀ ਹੈ ਜਾਂ ਕਿਸ ਤਰ੍ਹਾਂ ਕੋਈ ਖਾਸ ਫਰਕ ਨਹੀਂ ਹੈ ਹਾਂਜੀ ਪਰ ਹੁਣ ਕਈ ਗੱਲਾਂ ਇਹੋ ਜਿਹੀਆਂ ਲੱਗਦੀਆਂ ਹੈਗੀਆਂ ਕਿ ਸਾਡੇ ਆਪਣੇ ਵਿੱਚ ਹੀ ਕਈ ਹੁਣ ਝਗੜੇ ਪਏ ਔਰ ਆਪਣੇ ਲੋਕਾਂ ਦੇ ਵਿੱਚ ਹੀ ਕਈ ਪ੍ਰੋਬਲਮਾਂ ਪਈਆਂ ਹੁਣ ਇੱਥੇ ਜਿਸ ਤਰ੍ਹਾਂ ਕਿ ਅਸੀਂ ਹੁਣ ਇਸ ਆਫਿਸ ਦੇ ਵਿੱਚ ਬੈਠੇ ਹਾਂ ਇਹ ਆਫਿਸ ਜਿਹੜੀ ਮੈਂ ਤੁਹਾਨੂੰ ਯੂਨਿਟੀ ਕਹਿੰਦਾ ਸੀ ਉਹਨੂੰ ਬਿਲੋਂਗ ਕਰਦਾ ਹੈ ਜਿਹਦੇ ਮੈਂ ਵੀ ਮੈਂਬਰ ਹਾਂ ਅਤੇ ਇਸ ਤੋਂ ਪਹਿਲਾਂ ਸਟੈਬਲੇ ਰੋਡ ਦੇ ਉੱਪਰ ਇੱਕ ਆਫਿਸ ਬਣਾਇਆ ਸੀਗਾ ਅਤੇ ਉਹ IW ਦੇ ਵਿੱਚ ਸਾਡੇ ਆਪਣੇ ਵਿੱਚ 2 ਲਾਈਨਾਂ ਹੋਣੇ ਕਰਕੇ ਨਾ ਅਤੇ ਉਹ ਆਫਿਸ ਜਿਹੜਾ ਸੀਗਾ ਦੂਸਰੇ ਕੁਛ ਖਿਆਲਾਂ ਦੇ ਬੰਦੇ ਸੀ ਉਹਨਾਂ ਨੇ ਉਸ ਆਫਿਸ 'ਤੇ ਕਬਜ਼ਾ ਕੀਤਾ ਅਤੇ ਉਹ ਤੋਂ ਫਿਰ ਅਸੀਂ ਖੋਇਆ ਉਸ ਆਫਿਸ ਨੂੰ ਉਹ 'ਤੇ ਕਬਜ਼ਾ ਕਰਕੇ ਅਤੇ ਉਹ ਆਫਿਸ ਵੇਚ ਕੇ ਉਹ ਸੀਗਾ ਅਸਲ ਦੇ ਵਿੱਚ ਇਹ ਜ਼ਿਆਦਾ ਮੈਂਬਰ ਜਿਹੜੇ ਸੀਗੇ ਨਾ ਕਮਿਊਨਿਸਟ ਐਸੋਸੀਏਸ਼ਨ ਦੇ ਮੈਂਬਰ ਸੀਗੇ ਉਹਨਾਂ ਨੇ ਉਹ ਰਾਈ ਕਰਕੇ ਉਸ ਆਫਿਸ ਨੂੰ ਬਣਾਇਆ ਸੀ ਅਤੇ ਉਸ ਆਫਿਸ ਨੂੰ ਵੇਚ ਕੇ ਆਹ ਜਿਹੜਾ ਆਫਿਸ ਲਿਆ ਹੁਣ ਸਾਡੇ ਹੀ ਲੋਕਾਂ ਨੇ ਜਿਹੜੇ ਕਮਿਊਨਿਸਟ ਐਸੋਸੀਏਸ਼ਨ ਦੇ ਮੈਂਬਰ ਸੀਗੇ ਉਹਨਾਂ ਨੇ ਹੈਲਪ ਕੀਤੀ ਹੈ ਅਸੀਂ ਆਪ ਇਹਦੇ ਵਿੱਚ ਹਜ਼ਾਰ ਪਾਉਂਡ ਪਾਇਆ ਅਤੇ ਇਹਨੂੰ ਆਫਿਸ ਨੂੰ ਬਣਾਉਣ ਦੇ ਵਿੱਚ ਕਾਫੀ ਮਿਹਨਤ ਵੀ ਕੀਤੀ ਅਤੇ ਇਸ ਤਰ੍ਹਾਂ ਹੈਗਾ ਵੀ ਉਹ ਝਗੜੇ ਸਾਡੇ ਆਪਣੇ ਵਿੱਚ ਵੀ ਚੱਲਦੇ ਹੈਗੇ ਆ ਅਤੇ ਅਸੀਂ ਹੁਣ ਗੋਰਿਆਂ ਨੂੰ ਤਾਂ ਬਲੇਮ ਦਿੰਦੇ ਹੈਗੇ ਆ ਅਸੀਂ ਆਪ ਵੀ ਆਪਸ ਵਿੱਚ ਹੀ ਟਕਰਾ ਜਾਂਦੇ ਹਾਂ ਗੁਰਦੁਆਰਿਆਂ ਦੇ ਵਿੱਚ ਕਿੰਨੇ ਝਗੜੇ ਹੁੰਦੇ ਹੈਗੇ ਆ ਇਸੇ ਕਰਕੇ ਮੈਂ ਜ਼ਿਆਦਾ ਗੁਰਦੁਆਰਿਆਂ ਨੂੰ ਲਾਈਕ ਨਹੀਂ ਕਰਦਾ ਕਿ ਉੱਥੇ ਨਾਮ ਜਪਣੇ ਲਈ ਜਾਂ ਇਹ ਅੱਛੇ ਕੰਮ ਲਈ ਨਹੀਂ ਲੋਕ ਜਾਂਦੇ ਹੈਗੇ ਚੌਧਰ ਲਈ ਵੀ ਜ਼ਿਆਦਾ ਜਾਂਦੇ ਹੈ ਗੁਰਦੁਆਰਿਆਂ ਦੇ ਵਿੱਚ ਇਹੋ ਜਿਹੀ ਪੋਜੀਸ਼ਨ ਹੋ ਚੁੱਕੀ ਹੈ ਕਿ ਜਿਹੜਾ ਸਹੀ ਮਕਸਦ ਹੈ ਨਾ ਵੀ ਰੱਬ ਦਾ ਨਾਂ ਜਪਣਾ ਹੈਗਾ ਅਤੇ ਬੇਈਮਾਨੀ ਨਹੀਂ ਕਰਨੀ ਹੇਰਾਫੇਰੀ ਨਹੀਂ ਕਰਨੀ ਅਤੇ ਗੁਰਦੁਆਰਿਆਂ ਦੇ ਵਿੱਚ ਬੈਠੇ ਜਿਹੜੇ ਬੰਦੇ ਹੈਗੇ ਇੱਕ ਦੂਜੇ ਦੀ ਲੱਤਾਂ ਖਿੱਚਦੇ ਆ ਝਗੜੇ ਕਰਦੇ ਆ ਮੰਦਰਾਂ 'ਚ ਵੀ ਇਹੋ ਹਾਲ ਹੈ ਗੁਰਦੁਆਰਿਆਂ 'ਚ ਵੀ ਇਹ ਹਾਲ ਹੈ ਤੇ ਉਹ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੇ ਆਪਾਂ ਹੁਣ ਇੱਥੇ ਦੇ ਸ਼ਹਿਰੀ ਹੋਣ ਕਰਕੇ ਕਿ ਜਿਹੜੀ ਕੌਂਸਲ ਹੈ ਗਵਰਨਮੈਂਟ ਹੈ ਉਹਨੂੰ ਮਤਲਬ ਸਾਡੀਆਂ ਸਹੂਲਤਾਂ ਦੇ ਵਾਸਤੇ ਵੀ ਕੀ ਹੋਰ ਕਰਨਾ ਚਾਹੀਦਾ ਦੇਖੋ ਵੀ ਜਿਸ ਤਰ੍ਹਾਂ ਹੁਣ ਅਸੀਂ ਹਾਊਸ ਟੈਕਸ ਵੀ ਦਿੰਦੇ ਹੈਗੇ ਆ ਕਈ ਕੁਛ ਦਿੰਦੇ ਆ ਅਤੇ ਉਹਦੇ ਮੁਤਾਬਕ ਕਰਨਾ ਚਾਹੀਦਾ ਹੈ ਕਈ ਚੀਜ਼ਾਂ ਹੈਗੀਆਂ ਜਿਸ ਤਰ੍ਹਾਂ ਕਿ ਹੁਣ ਤੁਸੀਂ ਦੇਖਿਆ ਹੈਗਾ ਬੱਚੇ ਸੜਕ ਦੇ ਵਿੱਚ ਫੁੱਟਬਾਲ ਖੇਡਦੇ ਆ ਅਤੇ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਇਹੋ ਜਿਹੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਇਹਨਾਂ ਨੂੰ ਕੌਂਸਲ ਵਾਲਿਆਂ ਨੂੰ ਤੇ ਗਵਰਨਮੈਂਟ ਜਿਹੜੀ ਆ ਹੋਰ ਕਿਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਕਿ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਅੱਛੀ ਬਣਾ ਸਕਦੇ ਆ ਜਾਂ ਮਤਲਬ ਕਿਸ ਤਰ੍ਹਾਂ ਕੋਈ ਫੈਸਿਲਿਟੀਜ਼ ਵਗੈਰਾ ਹੁੰਦੀਆਂ ਜਿਸ ਤਰ੍ਹਾਂ ਹੁਣ ਆਪਾਂ ਇਸ ਐਡਵਾਈਸ ਸੈਂਟਰ ਦੇ ਵਿੱਚ ਬੈਠੇ ਹੈਗੇ ਆ ਜਾਂ ਸਿਆਣਿਆਂ ਦੇ ਵਾਸਤੇ ਮਤਲਬ ਕੋਈ ਇਸ ਤਰ੍ਹਾਂ ਦੀ ਜਗ੍ਹਾ ਬਣੀ ਹੋਵੇ ਆਹੋ ਹੁਣ ਸਾਡੇ ਲੋਕਾਂ ਦੇ ਲਈ ਜਿਸ ਤਰ੍ਹਾਂ ਕਿ ਜੰਝ ਘਰ ਵਗੈਰਾ ਪਾਰਟੀਆਂ ਵਗੈਰਾ ਲਈ ਅਤੇ ਬੜੀਆਂ ਪ੍ਰੋਬਲਮਾਂ ਹੈਗੀਆਂ ਪ੍ਰਾਈਵੇਟ ਜਿਹੜੇ ਬਣਦੇ ਆ ਉਹ ਕਿਰਾਇਆ ਬੜਾ ਹੈਗਾ
ਤੇ ਮੈਂ ਸਮਝਦਾ ਹੈਗਾ ਵੀ ਇਹਨਾਂ ਨੂੰ ਕੌਂਸਲ ਵਾਲਿਆਂ ਨੂੰ ਚਾਹੀਦਾ ਹੈ ਕਿ ਸਾਡੀ ਕਮਿਊਨਿਟੀ ਲਈ ਕੁਛ ਨਾ ਕੁਛ ਇਹੋ ਜਿਹੇ ਹਾਲ ਬਣਾਉਣੇ ਚਾਹੀਦੇ ਹੈ ਵੀ ਜਿੱਥੇ ਸਾਡੀਆਂ ਪਾਰਟੀਆਂ ਹੋ ਸਕਣ, ਵਿਆਹ ਸ਼ਾਦੀਆਂ ਹੋ ਸਕਣ, ਕੋਈ ਸਹੂਲਤਾਂ ਹੋ ਸਕਣ। ਹਾਂਜੀ। ਇੱਕ ਗੱਲ ਹੋਰ ਦੱਸੋ ਤੁਸੀਂ ਕਿ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿ ਆਪਾਂ ਹੁਣ ਇੱਥੇ ਰਹਿੰਦੇ ਹੋਇਆ ਜਿਹੜੀ ਸਾਡੀ ਪਿਛਲੀ ਪਹਿਚਾਣ ਆ ਉਹ ਸਾਡੇ ਵਾਸਤੇ ਕਿੰਨੀ ਜ਼ਿਆਦਾ ਮਹੱਤਵਪੂਰਨ ਹੈ, ਕਿੰਨੀ ਇੰਪੋਰਟੈਂਟ ਹੈ? ਅਸੀਂ ਜਿਹੜੇ ਪਹਿਲੇ ਲੋਕ ਹੈ, ਪੁਰਾਣੇ ਬੰਦੇ ਆਏ ਉਹ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਪਹਿਚਾਣ ਵੱਖਰੀ ਹੋਵੇ, ਹੈ ਵੀ ਕੁਛ। ਲੇਕਿਨ ਹੁਣ ਜਿਹੜੇ ਸਾਡੇ ਬੱਚੇ ਹੈ ਔਰ ਉਹਨਾਂ ਤੋਂ ਅੱਗੇ ਜਿਹੜੇ ਬੱਚੇ ਆ ਰਹੇ ਹੈਗੇ, ਤੀਸਰੀ ਪੁਸ਼ਤ ਆ ਰਹੀ ਹੈ, ਉਹਨਾਂ ਦਾ ਤਾਂ ਸਾਡਾ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਅਤੇ ਹੁਣ ਇੱਥੇ ਕਈ ਬੱਚੇ ਜਿਹੜੇ ਹੈਗੇ ਆ, ਜੇ ਕਹਿੰਦੇ ਆ ਓਏ ਉਹ ਜਿਹੜੇ ਕਾਲੇ ਹੈਗੇ ਆ ਇਹਨਾਂ ਨਾਲ ਨਾ ਵਿਆਹ ਸ਼ਾਦੀ ਕਰੋ, ਜਿਹੜੇ ਫਲਾਨੀਆਂ ਜਾਤਾਂ ਆ, ਅਤੇ ਉਹ ਬੱਚੇ ਕਹਿੰਦੇ ਉਹ ਬੰਦੇ ਨਹੀਂ ਹੈਗੇ। ਅਤੇ ਕਿਸੇ ਹੱਦ ਤੱਕ ਹੈ ਵੀ ਠੀਕ, ਉਹ ਬੱਚੇ ਠੀਕ ਹੈ ਇਹੋ ਜਿਹੇ ਮਾਮਲਿਆਂ 'ਚ। ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਕਿ ਗੌਰਮੈਂਟ ਨੂੰ ਬਣਾਉਣ ਵਾਸਤੇ ਅਸੀਂ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ, ਅਤੇ ਜਾਂ ਸੁਸਾਇਟੀ ਨੂੰ ਅਸੀਂ ਇਹਨਾਂ ਦੇ ਕੋਲੋਂ ਕੀ ਸਿੱਖਿਆ? ਦੇਖੋ ਵੀ ਗੌਰਮੈਂਟ ਨੂੰ ਬਣਾਉਣੇ ਲਈ ਜੋ ਸਿਸਟਮ ਇਹਨਾਂ ਦਾ ਹੈਗਾ ਕਿਸੇ ਹੱਦ ਤੱਕ ਠੀਕ ਹੈ। ਅਤੇ ਵੋਟ ਪਾਉਣ ਦਾ ਜਿਹੜਾ ਹੱਕ ਹੈ, ਜਿੱਦਾਂ ਇੰਡੀਆ ਦੇ ਵਿੱਚ ਵੋਟ ਖਰੀਦੇ ਵੀ ਜਾਂਦੇ ਆ, ਇੱਥੇ ਕੁਛ ਘੱਟ ਇਹੋ ਜਿਹਾ ਸਿਸਟਮ ਹੈ ਨਹੀਂ। ਅਤੇ ਅੱਛੀ ਗੌਰਮੈਂਟ ਜਿੰਨੀ ਅੱਛੀ ਹੋਏਗੀ, ਮੈਂ ਤਾਂ ਇਹ ਸਮਝਦਾ ਹੈਗਾ ਵੀ ਇੱਥੇ ਵੀ ਹੁਣ ਇਸ ਵੇਲੇ ਗੌਰਮੈਂਟ ਜਿਹੜੀ ਹੈਗੀ ਹੈ ਨਾ, ਬੇਕਾਰ ਇੰਨੇ ਲੋਕ ਹੋ ਗਏ ਆ ਵੀ ਇਹਨਾਂ ਲਈ ਆਪਣੇ ਲਈ ਪ੍ਰੋਬਲਮਾਂ ਹੈਗੀਆਂ, ਇਹਨਾਂ ਨੂੰ ਆਪ ਸੋਚਣਾ ਹੈਗਾ ਇਹਦੇ ਬਾਰੇ। ਬਹੁਤ ਬੇਕਾਰੀ ਵਧੀ ਹੈ। ਤੁਸੀਂ ਵੁਲਵਰਹੈਂਪਟਨ ਦੇ ਵਿੱਚ ਰਹਿੰਦੇ ਹੋਇਆ ਮਤਲਬ ਖੁਸ਼ ਹੋ? ਠੀਕ ਹੀ ਠੀਕ ਹੈ, ਠੀਕ ਹੀ ਹੈ। ਅੱਛਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਬਹੁਤ ਖੁਸ਼ੀ ਹੋਈ ਤੁਹਾਨੂੰ ਵੇਖ ਕੇ। ਅਤੇ ਤੁਹਾਡੀਆਂ ਬੁੱਕਸ ਜਿਹੜੀਆਂ ਮੈਂ ਲਾਇਬ੍ਰੇਰੀ 'ਚ ਲੱਭਾਂਗੀ, ਪੜ੍ਹਾਂਗੀ ਇਹਨਾਂ ਨੂੰ। ਅਤੇ ਉਹਨਾਂ ਨੂੰ ਆਹੋ ਲਾਇਬ੍ਰੇਰੀ ਵਿੱਚ ਸਾਰੀਆਂ ਹੈਗੀਆਂ ਬੱਚੇ ਬੁੱਕਾਂ। ਜ਼ਿੰਦਗੀ ਦੇ ਚਿੰਨ੍ਹ ਜਿਹੜੀ ਹੈ, ਤੁਹਾਡਾ ਐਕਸਪੀਰੀਅੰਸ ਮੈਂ ਉਹਦੇ ਵਿੱਚ ਦੇਖ ਲਿਆ ਸੀਗਾ ਥੋੜ੍ਹਾ ਜਿਹਾ।